ओके, देन ਆਪਾਂ स्टार्ट करते हैं। ठीक है, ਜਿਹੜਾ ਚੈਪਟਰ ਕਰਨਾ ਹੈ, ਦਾ ਚੈਪਟਰ ਨੇਮ ਇਜ਼ ਦ ਏਜ ਆਫ ਦ ਗੁਪਤਾਸ। ਠੀਕ ਹੈ, ਕਿ ਗੁਪਤ ਸਾਮਰਾਜ ਜਿਹੜਾ ਹੈਗਾ ਵਾ ਉਹਦੇ ਬਾਰੇ ਦੇ ਵਿੱਚ ਅਸੀਂ ਅੱਜ ਕਰਨਾ ਹੈ ਕਿ ਗੁਪਤ ਟਾਈਮ ਪੀਰੀਅਡ ਜਿਹੜਾ ਸੀਗਾ ਉਹ ਕਿੱਦਾਂ ਦਾ ਟਾਈਮ ਪੀਰੀਅਡ ਸੀ। ਠੀਕ ਹੈ ਬੇਟਾ, ਤਾਂ ਦ ਏਜ ਆਫ ਦ ਗੁਪਤਾ, ਦ ਗੁਪਤ ਐਮਪਾਇਰ। ਠੀਕ ਹੈ, ਗੁਪਤ ਐਮਪਾਇਰ ਦੇ ਵਿੱਚ ਫਸਟ ਅਸੀਂ ਪੁਆਇੰਟ ਕਰਨਾ ਹੈਗਾ ਵਾ, ਕਹਿੰਦੇ ਕਿ ਗੁਪਤ ਐਮਪਾਇਰ ਜਿਹੜਾ ਟਾਈਮ ਪੀਰੀਅਡ ਹੈਗਾ ਵਾ ਏਸ਼ੀਅਨ ਟਾਈਮ ਪੀਰੀਅਡ। ਏਸ਼ੀਅਨ ਟਾਈਮ ਮਤਲਬ ਪੁਰਾਣੇ ਸਮੇਂ ਦੇ ਟਾਈਮ ਪੀਰੀਅਡ ਦੇ ਵਿੱਚ ਅਗਰ ਕਿਸੇ ਨੂੰ ਇੰਪੋਰਟੈਂਟ ਮੰਨਿਆ ਜਾਂਦਾ ਸੀ ਤੇ ਉਹਦੇ ਵਿੱਚੋਂ ਗੁਪਤ ਟਾਈਮ ਪੀਰੀਅਡ ਵੀ ਕਿੱਦਾਂ ਦਾ ਟਾਈਮ ਪੀਰੀਅਡ ਸੀ ਜਿਹੜਾ ਇੰਪੋਰਟੈਂਟ ਸੀ। ਠੀਕ ਹੈ, ਤੇ ਕਹਿੰਦੇ ਕਿ ਗੁਪਤ ਵੰਸ਼ ਜਿਹੜਾ ਹੈਗਾ, ਗੁਪਤ ਟਾਈਮ ਪੀਰੀਅਡ ਨੂੰ ਐਸਟੈਬਲਿਸ਼ ਕਰਨ ਵਾਲੇ ਪਰਸਨ ਦਾ ਨਾਮ ਸੀਗਾ ਸ਼੍ਰੀ ਗੁਪਤ। ਠੀਕ ਹੈ, ਕਹਿੰਦੇ ਸ਼੍ਰੀ ਗੁਪਤ ਏਦਾਂ ਦਾ ਪਰਸਨ ਸੀ ਜਿਸਨੇ ਗੁਪਤ ਐਮਪਾਇਰ ਯਾਨੀ ਕਿ ਗੁਪਤ ਸਾਮਰਾਜ ਨੂੰ ਐਸਟੈਬਲਿਸ਼ ਕੀਤਾ ਸੀ। ਠੀਕ ਹੈ, ਤਾਂ ਉਸਨੇ ਉਸਨੂੰ ਐਸਟੈਬਲਿਸ਼ ਕੀਤਾ। ਤਾਂ ਪਰ ਕਹਿੰਦੇ ਰੀਅਲ ਦੇ ਵਿੱਚ ਅਗਰ ਅਸੀਂ ਇਸ ਦਾ ਕੋਈ ਹੈਡ ਮੰਨਣਾ ਹੋਵੇ ਤਾਂ ਅਸੀਂ ਚੰਦਰਗੁਪਤ ਨੂੰ ਮੰਨਾਂਗੇ। ਠੀਕ ਹੈ ਬੇਟਾ, ਇਹ ਜਿਹੜੇ ਪੁਰਾਣੇ ਟਾਈਮ ਪੀਰੀਅਡ ਦੇ ਰਾਜੇ ਮਹਾਰਾਜੇ ਸੀ ਨਾ, ਇਹਨਾਂ ਦੇ ਵਿੱਚ ਨਾ ਏਦਾਂ ਨਾਮ ਰੱਖੇ ਜਾਂਦੇ ਸੀ, ਚੰਦਰਗੁਪਤ ਪਹਿਲਾ, ਚੰਦਰਗੁਪਤ ਦੂਜਾ, ਚੰਦਰਗੁਪਤ ਤੀਜਾ, ਇਸ ਤਰ੍ਹਾਂ ਇਹਨਾਂ ਦੇ ਕੁਝ ਨਾਮ ਰੱਖੇ ਜਾਂਦੇ ਸੀ। ਤੇ ਅਸੀਂ ਬੋਲ ਰਹੇ ਕਿ ਚੰਦਰਗੁਪਤ ਪਹਿਲਾ ਏਦਾਂ ਦਾ ਪਰਸਨ ਸੀਗਾ। ਚੰਦਰਗੁਪਤ ਪਹਿਲਾ ਨਾਮ ਹੈ ਉਸਦਾ। ਠੀਕ ਹੈ ਨਾ, ਪਹਿਲਾ ਵੀ ਉਸਦਾ ਹੀ ਨਾਮ ਹੈ। ਤਾਂ ਚੰਦਰਗੁਪਤ ਪਹਿਲਾ ਜਿਹੜਾ ਪਰਸਨ ਸੀਗਾ, ਕਹਿੰਦੇ ਉਸਨੂੰ ਇਸਦਾ ਇੱਕ ਰੀਅਲ ਹੈਡ ਮੰਨਿਆ ਜਾਂਦਾ ਸੀ। ਕਹਿੰਦੇ ਕਿ 320 ਦੇ ਵਿੱਚ ਉਹ ਮਗਧ ਦੇ ਵਿੱਚ ਆਪਣੀ ਪੋਸਟ ਤੇ ਬੈਠਾ ਸੀ। ਮਗਧ ਕੀ ਹੈ? ਇੱਕ ਕਿਸਮ ਦਾ ਪਲੇਸ ਹੈਗਾ ਵਾ ਜਿੱਥੇ ਉਹ ਆਪਣੀ ਪੋਸਟ ਦੇ ਉੱਤੇ ਬੈਠਾ ਸੀਗਾ। ਕਹਿੰਦੇ ਸਮੁੰਦਰਗੁਪਤ ਹੋ ਗਿਆ ਤੇ ਚੰਦਰਗੁਪਤ ਹੋ ਗਿਆ। ਕਹਿੰਦੇ ਸਮੁੰਦਰਗੁਪਤ ਤੇ ਚੰਦਰਗੁਪਤ ਦੋਨਾਂ ਨੇ ਹੀ ਆਪਣੇ ਜਿਹੜਾ ਕਿੰਗਡਮ ਸੀਗਾ, ਆਪਣਾ ਜਿਹੜਾ ਸਾਮਰਾਜ ਸੀਗਾ, ਉਸਨੂੰ ਜ਼ਿਆਦਾ ਤੋਂ ਜ਼ਿਆਦਾ ਐਸਟੈਬਲਿਸ਼ ਕਰਨ ਦਾ ਕੰਮ ਕੀਤਾ ਸੀ। ਮਤਲਬ ਉਸਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਉਣ ਦਾ ਕੰਮ ਕੀਤਾ ਸੀਗਾ। ਲੇਕਿਨ ਕਹਿੰਦੇ ਸਿਕੰਦਰਗੁਪਤ ਤੋਂ ਬਾਅਦ, ਮੈਂ ਇੱਕ ਕੀ ਬੋਲਿਆ, ਸਮੁੰਦਰਗੁਪਤ ਤੇ ਚੰਦਰਗੁਪਤ। ਠੀਕ ਹੈ, ਦੋਵਾਂ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਐਸਟੈਬਲਿਸ਼ ਕਰਨ ਬਾਰੇ ਸੋਚਿਆ ਸੀ ਆਪਣੀ ਕਿੰਗਡਮ ਨੂੰ। ਠੀਕ ਹੈ, ਉਸ ਤੋਂ ਬਾਅਦ ਹੈਗਾ ਸਿਕੰਦਰਗੁਪਤ। ਕਹਿੰਦੇ ਜਦੋਂ ਸਿਕੰਦਰਗੁਪਤ ਦਾ ਟਾਈਮ ਪੀਰੀਅਡ ਆਇਆ, ਉਸ ਤੋਂ ਨੈਕਸਟ ਜਿਹੜੇ ਉਹਦੇ ਸਕਸੈਸਰ ਸੀਗੇ, ਸਕਸੈਸਰ ਦਾ ਮਤਲਬ ਮੈਂ ਸ਼ਾਇਦ ਤੁਹਾਨੂੰ ਕੱਲ ਵੀ ਦੱਸਿਆ ਸੀਗਾ, ਉਹਨਾਂ ਦੇ ਉੱਤਰਾਧਿਕਾਰੀ ਹੈ ਨਾ। ਤਾਂ ਜਿਹੜੇ ਉਹਨਾਂ ਦੇ ਉੱਤਰਾਧਿਕਾਰੀ ਸੀਗੇ, ਕਹਿੰਦੇ ਉਹ ਬਿਲਕੁਲ ਵੀ ਸਕਿਲਡ ਪਰਸਨ ਨਹੀਂ ਸੀ, ਅਨਸਕਿਲਡ ਪਰਸਨ ਸੀ। ਮਤਲਬ ਉਹਨਾਂ ਦੇ ਵਿੱਚ ਕੋਈ ਯੋਗਤਾ ਨਹੀਂ ਸੀ ਕਿ ਉਹ ਆਪਣੇ ਜਿਹੜਾ ਕਿੰਗਡਮ ਹੈਗਾ, ਆਪਣਾ ਜਿਹੜਾ ਰਾਜ ਹੈਗਾ, ਸਾਮਰਾਜ ਹੈਗਾ, ਉਸਨੂੰ ਐਸਟੈਬਲਿਸ਼ ਕਰੇ। ਠੀਕ ਹੈ, ਤਾਂ ਅਸੀਂ ਕਵਾਂਗੇ ਕਿ ਉਹਨੇ ਇੰਨੇ ਸਾਰੇ ਗੁਪਤ ਟਾਈਮ ਪੀਰੀਅਡ ਨੂੰ ਆਪਣੇ ਵਿੱਚ ਕੰਟਰੋਲ ਕਰਨ ਦੇ ਲਈ ਜਿਹੜਾ ਬਾਕੀ ਪਰਸਨ ਸੀਗੇ ਉਹ ਮਤਲਬ ਸਕਸੈਸਫੁਲ ਨਹੀਂ ਰਹਿ ਪਾਏ ਸੀਗੇ। ਠੀਕ ਹੈ, ਕਹਿੰਦੇ ਇਸ ਤਰ੍ਹਾਂ ਅਸੀਂ ਦੇਖਦੇ ਹੈਗੇ ਕਿ ਗੁਪਤ ਟਾਈਮ ਪੀਰੀਅਡ ਹੈਗਾ ਜਿਹੜਾ ਜਲਦੀ ਹੀ ਖਤਮ ਹੋ ਗਿਆ ਸੀਗਾ। ਤੁਹਾਨੂੰ ਕੁਐਸਚਨ ਇਹ ਆ ਸਕਦਾ ਹੈ ਕਿ ਸ਼ੁਰੂ ਦੇ ਵਿੱਚ ਐਸਟੈਬਲਿਸ਼ ਕਿੰਨੇ ਕੀਤਾ ਸੀ? ਤੁਸੀਂ ਕਹਿਣਾ ਹੈ ਕਿ ਸ਼੍ਰੀ ਗੁਪਤ ਨੇ ਐਸਟੈਬਲਿਸ਼ ਕੀਤਾ ਸੀ ਐਂਡ ਦਾ ਰੀਅਲ ਹੈਡ ਨੇਮ ਇਜ਼ ਚੰਦਰਗੁਪਤ ਪਹਿਲਾ। ਠੀਕ ਹੈ, ਚੰਦਰਗੁਪਤ ਪਹਿਲਾ ਜਿਹੜਾ ਸੀਗਾ ਉਸਨੂੰ ਰੀਅਲ ਹੈਡ ਮੰਨਿਆ ਜਾਂਦਾ ਸੀ। ਅਸੀਂ ਕਹਿਣਾ ਕਿ ਚੰਦਰਗੁਪਤ ਪਹਿਲਾ ਕਿੱਥੇ ਪੋਸਟ ਤੇ ਬੈਠਾ ਸੀ? ਤੁਸੀਂ ਕਹਿਣਾ ਹੈ 320 ਈਸਵੀ ਦੇ ਵਿੱਚ, ਯਾਨੀ ਕਿ ਸੈਂਚੁਰੀ ਦੇ ਵਿੱਚ ਉਹ ਬੈਠਾ ਸੀ ਮਗਧ ਦੇ ਵਿੱਚ, ਫਸਟ ਟਾਈਮ ਆਪਣੀ ਪੋਜੀਸ਼ਨ ਦੇ ਉੱਤੇ ਬੈਠਾ ਸੀ। ਠੀਕ ਹੈ, ਨੈਕਸਟ ਤੁਹਾਨੂੰ ਕੁਐਸਚਨ ਆ ਸਕਦਾ ਹੈਗਾ ਕਿ ਕਿਹਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਹੈਗਾ ਗੁਪਤ ਸਾਮਰਾਜ ਜਿਹੜਾ, ਯਾਨੀ ਕਿ ਗੁਪਤ ਕਿੰਗਡਮ ਜਿਹੜੀ ਹੈਗੀ ਆ ਐਸਟੈਬਲਿਸ਼, ਯਾਨੀ ਕਿ ਕੰਟਰੋਲ ਗੁਪਤ ਟਾਈਮ ਪੀਰੀਅਡ ਦੇ ਅੰਦਰ ਪਰਸਨ ਦਾ ਹੋ ਗਿਆ ਸੀਗਾ। ਹਾਂਜੀ ਕਰਨ, ਕੁਝ ਕਹਿਣਾ ਹੈ? ਚਲੋ ਖੈਰ, ਕਹਿੰਦੇ ਕਿ ਸਮੁੰਦਰਗੁਪਤ ਚੰਦਰਗੁਪਤ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਸਾਮਰਾਜ ਸੀ ਉਹ ਕਾਫੀ ਜ਼ਿਆਦਾ ਐਸਟੈਬਲਿਸ਼ ਹੋ ਗਿਆ ਸੀ। बेटा अपने माइक को क्रॉस लगा लो करण। ठीक है, चंद्रगुप्त
ਚੰਦਰਗੁਪਤ ਸਮੁੰਦਰਗੁਪਤ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਕੰਟਰੋਲ ਸੀਗਾ ਉਹ ਕਾਫੀ ਜ਼ਿਆਦਾ ਰਿਹਾ ਸੀ ਗੁਪਤ ਟਾਈਮ ਪੀਰੀਅਡ ਦੇ ਵਿੱਚ। ਜਦੋਂ ਸਿਕੰਦਰਗੁਪਤ ਦਾ ਟਾਈਮ ਪੀਰੀਅਡ ਆਇਆ ਸੀਗਾ ਉਹ ਵੀ ਪਰਸਨ ਠੀਕ ਸੀ, ਲੇਕਿਨ ਨੈਕਸਟ ਜਿਹੜੇ ਉਹਦੇ ਸਕਸੈਸਰ ਸੀ, ਨੈਕਸਟ ਜਿਹੜੇ ਉਹਦੇ ਪਰਸਨ ਸੀਗੇ ਉਹ ਬਹੁਤਾ ਜ਼ਿਆਦਾ ਕੰਟਰੋਲ ਨਹੀਂ ਸੀ ਕਰ ਪਾਏ। ਠੀਕ ਹੈ, ਉਸ ਤੋਂ ਬਾਅਦ ਐਸਟੈਬਲਿਸ਼ਮੈਂਟ ਆਫ ਦਾ ਗੁਪਤ ਐਮਪਾਇਰ, ਕਹਿੰਦੇ ਗੁਪਤ ਐਮਪਾਇਰ ਦੀ ਸਥਾਪਨਾ ਕਿਸਨੇ ਕੀਤੀ ਸੀਗੀ। ਠੀਕ ਹੈ, ਕੁਐਸਚਨ ਫਿਰ ਦੁਬਾਰਾ ਉਹੀ ਆ ਰਿਹਾ ਹੈਗਾ ਸਾਨੂੰ, ਕੁਐਸਚਨ ਕਿਹੜਾ ਆ ਰਿਹਾ, ਐਸਟੈਬਲਿਸ਼ਮੈਂਟ ਕਿਸਨੇ ਕੀਤੀ ਸੀ। ਸੇਮ ਰਿਪੀਟ ਕਰ ਦੋ ਤੁਸੀਂ ਚੀਜ਼ਾਂ। ਫਸਟ ਤੁਸੀਂ ਕਰਨਾ ਹੈ ਕਿ ਜਿਹੜਾ ਗੁਪਤ ਐਮਪਾਇਰ ਆ ਉਸਨੂੰ ਐਸਟੈਬਲਿਸ਼ ਕੀਤਾ ਸੀ ਸ਼੍ਰੀ ਗੁਪਤ ਨੇ। ਠੀਕ ਹੈ, ਕਹਿੰਦੇ ਉਹ 240 ਤੋਂ ਲੈ ਕੇ 280 ਤੱਕ ਆਪਣੀ ਪੋਜੀਸ਼ਨ ਦੇ ਉੱਤੇ ਰਿਹਾ ਸੀ। ਕਹਿੰਦੇ ਸ਼੍ਰੀ ਗੁਪਤ ਦੀ ਜਦੋਂ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਨੈਕਸਟ ਜਿਹੜੇ ਉਹਨਾਂ ਦੇ ਸਨ ਸੀ, ਜਿਹੜੇ ਉਹਨਾਂ ਦੇ ਪੁੱਤਰ ਸੀ, ਦਾ ਨੇਮ ਇਜ਼ ਕਹਿੰਦੇ ਕਿ ਘਟੋਤਕਚ। ਠੀਕ ਹੈ, ਘਟੋਤਕਚ। ਠੀਕ ਹੈ, तो घटोत्कच ਜਿਹੜੇ ਉਹਨਾਂ ਦੇ ਪੁੱਤਰ ਸੀਗੇ ਕਹਿੰਦੇ 280 ਤੋਂ 319 ਤੱਕ ਉਹ ਜਿਹੜੇ ਪਰਸਨ ਸੀਗੇ ਆਪਣੀ ਪੋਜੀਸ਼ਨ ਦੇ ਉੱਤੇ ਰਹੇ ਸੀ। ਠੀਕ ਹੈ, तो ਕਹਿੰਦੇ ਇੱਥੇ ਇਹ ਗੱਲ ਕਹਿੰਦੇ ਬਹੁਤ ਜ਼ਿਆਦਾ ਮਤਲਬ ਧਿਆਨ ਦੇਣ ਵਾਲੀ ਗੱਲ ਹੈਗੀ ਹੈ ਕਿ ਜਿਹੜਾ ਸਾਡਾ ਗੁਪਤ ਐਮਪਾਇਰ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਕਹਿੰਦੇ ਉਹਦੇ ਵਿੱਚ ਕਿਸੇ ਨੇ ਵੀ ਕਿੰਗ ਦੀ ਪੋਜੀਸ਼ਨ ਨੂੰ ਹਾਇਰ ਨਹੀਂ ਸੀ ਕੀਤਾ। ਕਿੰਗ ਦੀ ਪੋਜੀਸ਼ਨ ਨੂੰ ਹਾਇਰ ਨਹੀਂ ਕੀਤਾ ਦਾ ਮਤਲਬ ਹੈਗਾ ਵਾ ਕਿ ਕਿੰਗ ਦੀ ਪੋਜੀਸ਼ਨ ਨਹੀਂ ਸੀ ਕਿਸੇ ਨੇ ਲਈ। ਠੀਕ ਹੈ, ਯਾਨੀ ਕਿ ਰਾਜੇ ਮਹਾਰਾਜੇ ਆਉਂਦੇ ਤਾਂ ਸੀ ਲੇਕਿਨ ਅਸੀਂ ਉਹਨਾਂ ਨੂੰ ਰਾਜੇ ਮਹਾਰਾਜੇ ਬੋਲਦੇ ਨਹੀਂ ਸੀ, ਕਿਉਂਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਅਗਰ ਕੋਈ ਪਰਸਨ ਜਿਹੜਾ ਹੈਗਾ ਵਾ ਪੋਸਟ ਦੇ ਉੱਤੇ ਬੈਠਾ ਹੈਗਾ, ਜਦੋਂ ਤੱਕ ਉਹ ਖੁਦ ਨਹੀਂ ਨਾ ਬੋਲਦਾ ਕਿ ਉਹ ਕਿੰਗ ਆ ਉਦੋਂ ਤੱਕ ਆਪਾਂ ਉਹਨੂੰ ਕਿੰਗ ਨਹੀਂ ਮੰਨ ਸਕਦੇ। ਠੀਕ ਹੈ, ਸੋ ਕਹਿੰਦੇ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਨਾ ਤਾਂ ਸ਼੍ਰੀ ਗੁਪਤ ਨੇ ਨਾ ਉਹਨਾਂ ਦਾ ਜਿਹੜਾ ਸਨ ਸੀ ਘਟੋਤਕਚ, ਠੀਕ ਹੈ, ਉਹਨੇ ਵੀ ਨਹੀਂ ਸੀ ਕਿਹਾ ਕਿ ਉਹ ਕਿੰਗ ਹੈਗਾ ਵਾ। ਪੋਸਟ ਦੇ ਉੱਤੇ ਜ਼ਰੂਰ ਸੀ, ਆਪਣੀ ਕਿੰਗਡਮ ਨੂੰ ਜ਼ਰੂਰ ਚਲਾ ਰਿਹਾ ਸੀ, ਲੇਕਿਨ ਉਹ ਜਿਹੜੇ ਸੀਗੇ ਪਰਸਨ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਉਹ ਕਿੰਗ ਸੀ। ਕਹਿੰਦੇ ਸਭ ਤੋਂ ਪਹਿਲਾਂ ਘਟੋਤਕਚ ਦਾ ਜਿਹੜਾ ਪੁੱਤਰ ਸੀਗਾ 320 ਯਾਨੀ ਕਿ 320 ਦੇ ਵਿੱਚ ਚੰਦਰਗੁਪਤ ਪਹਿਲਾਂ ਆਪਣੀ ਪੋਜੀਸ਼ਨ ਦੇ ਉੱਤੇ ਬੈਠਾ। 335 ਤੱਕ ਉਹ ਆਪਣੀ ਪੋਜੀਸ਼ਨ ਦੇ ਉੱਤੇ ਰਿਹਾ। ਕਹਿੰਦੇ ਉਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਫ੍ਰੀडम ਦੇ ਵਿੱਚ ਐਲਾਨ ਕਰ ਦਿੱਤਾ ਸੀ। ਫ੍ਰੀडम ਦੇ ਵਿੱਚ ਉਸਨੇ ਕੀ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਮੈਂ ਕੀ ਹੈਗਾ, ਇੱਕ ਕਿੰਗ ਹੈਗਾ। ਠੀਕ ਹੈ, ਤਾਂ ਚੰਦਰਗੁਪਤ ਪਹਿਲੇ ਨੇ ਜਿਹੜਾ ਹੈਗਾ ਆਪਣੇ ਆਪ ਦੇ ਲਈ ਕਿਸਮ ਦੀ ਮਹਾਰਾਜਾ ਦੀ ਜਿਹੜੀ ਪੋਸਟ ਸੀਗੀ, ਪੋਜੀਸ਼ਨ ਸੀਗੀ, ਉਹ ਹਾਇਰ ਕੀਤੀ ਸੀ ਆਪਣੇ ਲਈ। ਠੀਕ ਹੈ, ਲਈ ਸੀ। ਉਸ ਤੋਂ ਬਾਅਦ ਹੈਗਾ ਉਹਨਾਂ ਦੀ ਸ਼ਾਦੀ। ਅਸੀਂ ਕਹਿਣਾ ਹੈਗਾ ਵਾ ਕਿ ਲక్ష్ਮੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਦੇ ਨਾਲ ਉਸਨੇ ਆਪਣੀ ਮੈਰਿਜ ਕੀਤੀ। ਜਦੋਂ ਕੁਮਾਰ ਦੇਵੀ, ਲక్ష్ਮੀ ਵੰਸ਼ ਬਹੁਤ ਵੱਡਾ ਵੰਸ਼ ਸੀ, ਠੀਕ ਹੈ ਨਾ, ਜਦੋਂ ਉਸਦੀ ਲੜਕੀ ਦੇ ਨਾਲ ਸ਼ਾਦੀ ਕੀਤੀ ਤੇ ਉਸਨੇ ਹੋਰ ਵੀ ਬਹੁਤ ਸਾਰੇ ਏਰੀਏ ਸੀ ਜਿਹੜੇ ਕਿ ਉਹਨੇ ਆਪਣੇ ਅੰਡਰ ਕਰ ਲਏ ਸੀ। ਹੁਣ ਕਿਹੜਾ ਕਿਹੜਾ ਏਰੀਆ ਸੀਗਾ ਰਾਈਟ ਡਾਊਨ ਕਰ ਲਓ ਅੱਛੇ ਤਰੀਕੇ ਦੇ ਨਾਲ। ਕਹਿੰਦੇ ਬੰਗਾਲ, ਬਿਹਾਰ, ਅਵਧ, ਇਲਾਹਾਬਾਦ। ਠੀਕ ਹੈ, ਇਹ ਸਾਰੇ ਏਰੀਏ ਕਿਹੜੇ ਸੀਗੇ ਜਿਹੜੇ ਕਿ ਉਹਨੇ ਆਪਣੇ ਕੰਟਰੋਲ ਦੇ ਅੰਡਰ ਕਰ ਲਏ ਸੀਗੇ। ਇਸ ਚੀਜ਼ ਨੂੰ ਯਾਦ ਰੱਖਣਾ। ਕਹਿੰਦੇ ਇਸ ਤਰ੍ਹਾਂ ਜਿਹੜਾ ਸੀਗਾ ਗੁਪਤ ਟਾਈਮ ਪੀਰੀਅਡ ਸਟਾਰਟ ਹੋਇਆ ਸੀ। ਕਹਿੰਦੇ ਗੁਪਤ ਟਾਈਮ ਪੀਰੀਅਡ ਦਾ ਜਿਹੜਾ ਪਹਿਲਾ ਹੈਡ ਹੈਗਾ ਵਾ ਉਸਨੂੰ ਕਿਹਨੂੰ ਮੰਨਿਆ ਗਿਆ ਸੀਗਾ, ਚੰਦਰਗੁਪਤ ਪਹਿਲੇ ਨੂੰ ਉਸਦਾ ਹੈਡ ਮੰਨਿਆ ਗਿਆ ਸੀਗਾ। ਠੀਕ ਹੈ, ਅੱਜ ਅਸੀਂ ਜਿਹੜਾ ਕੁਐਸਚਨ ਮੇਨ ਕਰਨਾ ਹੈਗਾ ਵਾ, ਤੁਹਾਨੂੰ ਅਗਰ ਗੁਪਤ ਟਾਈਮ ਪੀਰੀਅਡ ਆ ਜਾਏ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਲਿਖਣੀਆਂ ਨੇ, ਰਾਈਟ ਡਾਊਨ ਕਰਨੀਆਂ ਨੇ ਇੰਟਰੋਡਕਸ਼ਨ ਦੇ ਵਿੱਚ। ਯਾਦ ਰੱਖਣਾ ਸਟੂਡੈਂਟ, ਜਦੋਂ ਤੱਕ ਤੁਹਾਡਾ ਇੰਟਰੋਡਕਸ਼ਨ ਪੋਰਸ਼ਨ ਅੱਛਾ ਨਹੀਂ ਨਾ ਹੋਏਗਾ, ਬਾਅਦ ਵਾਲੇ ਸਟੈਪ ਜਿੰਨੇ ਮਰਜ਼ੀ ਅੱਛੇ ਲਿਖ ਲਓ ਉਹ ਇੰਨੇ ਮੈਟਰ ਨਹੀਂ ਕਰਦੇ। ਇੰਟਰੋਡਕਸ਼ਨ ਸਭ ਤੋਂ ਪਹਿਲਾਂ ਅੱਛੀ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਚੀਜ਼ ਦੇ ਬਾਰੇ ਵਿੱਚ ਤੁਸੀਂ ਨੈਕਸਟ ਦੇਣਾ ਹੈ। ਫੋਰ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਕੁਐਸਚਨ ਆ ਸਕਦਾ ਹੈਗਾ ਗੁਪਤ ਐਡਮਿਨਿਸਟ੍ਰੇਸ਼ਨ, ਰਾਈਟ ਡਾਊਨ ਦਾ ਗੁਪਤ ਐਡਮਿਨਿਸਟ੍ਰੇਸ਼ਨ। ਤੁਸੀਂ ਇਕੱਠਾ ਹੀ ਦੇਣਾ ਸਟਾਰਟ ਕਰ ਲਓ ਜੀ, ਆ ਗੁਪਤ ਐਡਮਿਨਿਸਟ੍ਰੇਸ਼ਨ ਆ, ਇੱਥੇ ਰਾਜਾ ਹੁੰਦਾ ਸੀ, ਮਹਾਰਾਜਾ ਹੁੰਦਾ ਸੀ, ਫਲਾਣ ਹੁੰਦਾ ਸੀ। ਸੋ ਇਹ ਚੀਜ਼ਾਂ ਥੋੜੀਆਂ ਗਲਤ ਹੈਗੀਆਂ ਨੇ। ਠੀਕ ਹੈ, ਜਿੱਦਾਂ ਆਪਾਂ ਤੁਹਾਨੂੰ ਪੁੱਛ ਰਹੇ ਹੈਗੇ ਆ ਕਿ ਤੁਹਾਡਾ ਨਾਮ ਕੀ ਹੈ, ਠੀਕ ਹੈ, ਤੁਸੀਂ ਆਪਣਾ ਨਾਮ ਛੋੜ ਕੇ ਆਪਣੇ ਆਲੇ ਦੁਆਲੇ ਘਰ ਮਹਿਲ ਸਾਰੇ ਦਾ ਨਾਮ ਦੇ ਦਿੰਦੇ ਹੈਗੇ ਹੋ, ਬਟ ਆਪਣਾ ਨਾਮ ਨਹੀਂ ਦਿੰਦੇ। ਤੇ ਇਹਦਾ ਮਤਲਬ ਕੀ ਹੈ, ਤੁਸੀਂ ਗਲਤ ਪੋਜੀਸ਼ਨ ਦੇ ਉੱਤੇ ਹੋ, ਤੁਸੀਂ ਗਲਤ ਪਕੜ ਦੇ ਉੱਤੇ ਹੋ। ਤੁਹਾਨੂੰ ਜੋ ਪੁੱਛਿਆ ਹੈ ਉਹਦਾ ਜਵਾਬ ਦਿਓ ਪਹਿਲਾਂ। what is the ਗੁਪਤ ਐਡਮਿਨਿਸਟ੍ਰੇਸ਼ਨ ਐਂਡ ਰਾਈਟ ਡਾਊਨ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਗੁਪਤਾ। ਠੀਕ ਹੈ, ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਵਾ ਪ੍ਰਸ਼ਾਸਨ ਲਿਖੋ ਗੁਪਤ ਟਾਈਮ ਪੀਰੀਅਡ ਦਾ। ਤੇ ਤੁਸੀਂ ਸਭ ਤੋਂ ਪਹਿਲਾਂ ਕੀ ਰਾਈਟ ਡਾਊਨ ਕਰਨਾ ਹੈ, ਤੁਸੀਂ ਇਹੀ ਰਾਈਟ ਡਾਊਨ ਕਰਨਾ ਹੈ ਕਿ ਗੁਪਤ, ਚਾਹੇ ਤੁਹਾਨੂੰ ਨਾ ਵੀ ਪੁੱਛਿਆ ਜਾਵੇ,
ठीक है, कि गुप्त एम्पायर ਜਿਹੜੇ ਹੈਗੇ ਉਹਨਾਂ ਨੂੰ ਕਦੋਂ ਐਸਟੈਬਲਿਸ਼ ਕੀਤਾ ਗਿਆ ਸੀ, ਨਾ ਵੀ ਪੁੱਛਿਆ ਜਾਵੇ ਤਾਂ ਇੰਟਰੋਡਕਸ਼ਨ ਦੇਣੀ ਹੀ ਦੇਣੀ ਹੈਗੀ ਹੈ। ਠੀਕ ਹੈ, ਇਸ ਦੇ ਨਾਲ ਜਿਹੜਾ ਪੋਰਸ਼ਨ ਹੁੰਦਾ ਹੈ ਉਹ ਅੱਛਾ ਬਣ ਜਾਂਦਾ ਹੈਗਾ ਵਾ। ਚਲੋ ਕੁਐਸਚਨ ਆਏਗਾ ਤੁਹਾਨੂੰ ਗੁਪਤ ਐਡਮਿਨਿਸਟ੍ਰੇਸ਼ਨ, ਰਾਈਟ ਡਾਊਨ ਦਾ ਗੁਪਤ ਐਡਮਿਨਿਸਟ੍ਰੇਸ਼ਨ। तो ਅਸੀਂ ਲਿਖਣਾ ਹੈਗਾ ਵਾ ਕਿ ਗੁਪਤ ਐਡਮਿਨਿਸਟ੍ਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇੱਕ ਕਿੰਗ ਜਿਹੜਾ ਸੀਗਾ ਉਹ ਮਤਲਬ ਹਾਇਰ ਕਰ ਲਿਆ ਗਿਆ ਸੀ, ਮਤਲਬ ਹੁਣ ਇੱਕ ਕਿੰਗ ਜਿਹੜਾ ਸੀਗਾ ਉਸਨੂੰ ਬਣਾ ਦਿੱਤਾ ਗਿਆ ਸੀਗਾ। ਤੇ ਜਿਹੜੇ ਕਿੰਗ ਦੇ ਵਿੱਚ ਜਿਹੜੀ ਉਹਦੀ ਬਾਕੀ ਦੇ ਸਬਜੈਕਟ ਸੀ, ਸਬਜੈਕਟ ਦਾ ਮਤਲਬ ਇੱਥੇ ਆਪਾਂ ਪ੍ਰਜਾ ਕਰਨਾ ਹੈਗਾ। ਠੀਕ ਹੈ, ਜਿਹੜੀ ਪ੍ਰਜਾ ਸੀ ਉਸ ਟਾਈਮ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈਪੀ ਸੀ। ਕਿਹਦੇ ਟਾਈਮ ਪੀਰੀਅਡ ਦੇ ਵਿੱਚ? ਆਪਣੇ ਹੀ ਸਾਮਰਾਜ ਦੇ ਟਾਈਮ ਪੀਰੀਅਡ ਦੇ ਵਿੱਚ ਉਹਦੀ ਪ੍ਰਜਾ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਹੈਪੀ ਸੀ ਉਹਦੇ ਟਾਈਮ ਪੀਰੀਅਡ ਦੇ ਵਿੱਚ। ਠੀਕ ਹੈ, ਸੋ ਕਹਿੰਦੇ ਕਿ ਜਿਹਦੇ ਕਰਕੇ ਜਿਹੜਾ ਸਿਸਟਮ ਸੀਗਾ ਕਾਫੀ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਸੀਗਾ। ਸਭ ਤੋਂ ਪਹਿਲਾਂ ਅਸੀਂ ਕਰਨਾ ਹੈ ਸੈਂਟਰਲ ਐਡਮਿਨਿਸਟ੍ਰੇਸ਼ਨ। ਸੈਂਟਰਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਅਸੀਂ ਵੱਖਰੇ ਵੱਖਰੇ ਐਡਮਿਨਿਸਟ੍ਰੇਸ਼ਨ ਕਰਾਂਗੇ। ਫਰਸਟ ਆਂਦਾ ਹੈ ਦਾ ਕਿੰਗ। ਕਹਿੰਦਾ ਕਿੰਗ ਜਿਹੜਾ ਸੀਗਾ ਸਾਰਾ ਦਾ ਸਾਰਾ ਐਡਮਿਨਿਸਟ੍ਰੇਸ਼ਨ ਹੈਗਾ ਜਿਹੜਾ ਕਿੰਗ ਦੇ ਆਲੇ ਦੁਆਲੇ ਘੁੰਮਦਾ ਸੀ। ਤੁਹਾਨੂੰ ਜਦੋਂ ਗੁਪਤ ਐਡਮਿਨਿਸਟ੍ਰੇਸ਼ਨ ਆਏਗਾ ਸ਼ੁਰੂ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਸ਼ੁਰੂ ਜਿਹੜਾ ਕਿੰਗ ਸੀਗਾ ਹੁਣ ਉਸਦੀ ਪੋਸਟ ਜਿਹੜੀ ਸੀਗੀ ਬਣਾ ਲਈ ਗਈ ਸੀਗੀ ਤੇ ਕਿੰਗ ਦੇ ਅੰਡਰ ਹੀ ਸਾਰੀ ਜਿਹੜੀ ਉਹਦੀ ਸਬਜੈਕਟ ਮਤਲਬ ਉਹਦੀ ਪ੍ਰਜਾ ਵਾ ਰਹਿੰਦੀ ਸੀ। ਲੇਕਿਨ ਗੁਪਤ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਪ੍ਰਜਾ ਹੈਗੀ ਆ ਮਤਲਬ ਉਹਦਾ ਜਿਹੜਾ ਸਬਜੈਕਟ ਹੈਗੇ ਨੇ ਉਹ ਕਾਫੀ ਜ਼ਿਆਦਾ ਹੈਪੀ ਸੀ ਬਿਕੋਜ਼ ਕਿੰਗ ਉਹਨਾਂ ਦੇ ਉੱਤੇ ਜ਼ਿਆਦਾ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਆ ਉਹ ਕਹਿ ਲਓ ਕਿ ਬੋਲਦੇ ਨਾ ਥੋਪਦਾ ਨਹੀਂ ਹੈਗਾ। ਠੀਕ ਹੈ, ਬਹੁਤਾ ਜ਼ਿਆਦਾ ਕੰਟਰੋਲ ਜਿਹੜਾ ਹੈਗਾ ਵਾ ਉਹ ਨਹੀਂ ਉਹਨਾਂ ਦੇ ਉੱਤੇ ਰੱਖਦਾ। ਠੀਕ ਹੈ ਨਾ, ਸਮਝ ਰਹੇ ਹੋ ਇਸ ਚੀਜ਼ ਨੂੰ। ਸੋ ਟਾਈਮ ਪੀਰੀਅਡ ਦੀ ਅਸੀਂ ਗੱਲ ਕਰਨ ਜਾ ਰਹੇ ਹੈਗੇ ਆ। ਗੁਪਤ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਹੈਗੀ ਆ ਉਹ ਹੈਗੀ ਆ ਰਾਜੇ ਮਹਾਰਾਜੇ ਦੀ। ਠੀਕ ਹੈ, ਫਸਟ ਟਾਈਮ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਗੁਪਤ ਟਾਈਮ ਪੀਰੀਅਡ ਦੇ ਵਿੱਚ। ਸੋ ਕਿੰਗ ਜਿਹੜਾ ਹੈਗਾ ਵਾ ਸਭ ਤੋਂ ਪਹਿਲਾਂ ਅਸੀਂ ਉਹਦੀ ਗੱਲ ਕੀਤੀ ਸੀ ਕਿ ਜਿਹੜਾ ਕਿੰਗ ਹੈਗਾ ਵਾ ਉਹ ਆਪਣੀ ਪੋਜੀਸ਼ਨ ਦੇ ਉੱਤੇ ਐਜ਼ ਇਟ ਇਜ਼ ਮੇਨਟੇਨ ਰਹਿੰਦਾ ਹੈਗਾ ਵਾ। ਮਤਲਬ ਜਿਹੜਾ ਕਿੰਗ ਹੈਗਾ ਵਾ ਉਹਦੇ ਕੋਲ ਕਾਫੀ ਜ਼ਿਆਦਾ ਕਹਿ ਲਓ ਕਿ ਪਾਵਰਸ ਹੈਗੀਆਂ ਨੇ, ਲੇਕਿਨ ਉਹ ਆਪਣੀਆਂ ਪਾਵਰ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਦਾ ਹੈਗਾ ਵਾ ਇਹ ਡਿਪੈਂਡ ਕਿਹਦੇ ਉੱਤੇ ਕਰਦਾ ਹੈਗਾ? ਕਿੰਗ ਦੇ ਉੱਤੇ ਡਿਪੈਂਡ ਕਰਦਾ ਹੈਗਾ ਵਾ। ਠੀਕ ਹੈ, ਸੌਰੀ ਥੋੜੀ ਇੰਟਰਨੈਟ ਕਨੈਕਸ਼ਨ ਪ੍ਰੋਬਲਮ ਆ ਗਈ ਸੀ। ਠੀਕ ਹੈ, ਸੋ ਅਸੀਂ ਦੁਬਾਰਾ ਕਰਦੇ ਹਾਂ। ਮੈਂ ਉਮੀਦ ਕਰਦੀ ਹਾਂ ਕਿ 1-2 ਮਿੰਟ ਤੱਕ ਹੋਰ ਜਿਹੜੇ ਸਟੂਡੈਂਟ ਹੈਗੇ ਆ ਫਟਾਫਟ ਜੁੜ ਜਾਣਗੇ। ਚਲੋ, ਕਹਿੰਦੇ ਕਿ ਦਾ ਕਿੰਗ ਦੇ ਬਾਰੇ ਵਿੱਚ ਅਸੀਂ ਕਰ ਰਹੇ ਸੀਗੇ ਕਿ ਕਿੰਗ ਦੀ ਜਿਹੜੀ ਪੋਜੀਸ਼ਨ ਹੈਗੀ ਆ ਉਹ ਕਿਸ ਤਰ੍ਹਾਂ ਦੀ ਹੈਗੀ ਆ। ਯਾਦ ਰੱਖਣਾ ਕਿ ਜਿਹੜੀ ਕਿੰਗ ਦੀ ਪੋਜੀਸ਼ਨ ਹੈਗੀ ਆ ਇਹਦੇ ਵਿੱਚ ਅਸੀਂ ਇਹ ਕਵਾਂਗੇ ਕਿ ਕਿੰਗ ਦੇ ਕੋਲ ਬਹੁਤ ਸਾਰੀਆਂ ਪਾਵਰਸ ਹੈਗੀਆਂ ਨੇ। ਠੀਕ ਹੈ, ਮਤਲਬ ਜਿਹੜਾ ਇੱਕ ਕਿੰਗ ਸੀਗਾ ਉਹ ਆਪਣੇ ਕੋਲ ਬਹੁਤ ਸਾਰੀਆਂ ਪਾਵਰ ਉਹਦੇ ਕੋਲ ਸੀ, ਲੇਕਿਨ ਉਹ ਆਪਣੀਆਂ ਪਾਵਰ ਦਾ ਮਿਸਯੂਜ਼ ਨਹੀਂ ਸੀ ਕਰਦਾ। ਜਿੱਦਾਂ ਪੁਰਾਣੇ ਟਾਈਮ ਪੀਰੀਅਡ ਦੇ ਰਾਜੇ ਮਹਾਰਾਜੇ ਸੀ, ਅਗਰ ਉਹਨਾਂ ਦੇ ਕੋਲ ਬਹੁਤ ਸਾਰੀਆਂ ਪਾਵਰਸ ਹੈਗੀਆਂ ਨੇ ਤਾਂ ਉਹ ਆਪਣੀ ਪਾਵਰ ਦੀਆਂ ਮਿਸਯੂਜ਼ ਈਜ਼ੀਲੀ ਵੇ ਦੇ ਨਾਲ ਕਰ ਲੈਂਦਾ ਵਾ। ਈਜ਼ੀਲੀ ਵੇ ਦੇ ਨਾਲ ਕਿੱਦਾਂ ਕਰਦਾ ਵਾ ਆਪਣੀਆਂ ਪਾਵਰ ਨੂੰ ਯੂਜ਼? ਉਹ ਇਸ ਤਰੀਕੇ ਦੇ ਨਾਲ ਕਰਦਾ ਹੈਗਾ ਵਾ। ਤੁਸੀਂ ਦੇਖੋ ਮੇਰੇ ਕੋਲ ਬਹੁਤ ਸਾਰੀਆਂ ਪਾਵਰਸ ਨੇ, ਮੈਂ ਕਿੰਗ ਹੈਗਾ ਵਾਂ, ਚਾਹਾਂ ਤੇ ਮੈਂ ਕੀ ਕਰ ਸਕਦੀ ਹੈਗੀ ਆ? ਤੁਹਾਨੂੰ ਮਾਰ ਵੀ ਸਕਦੀ ਆ। ਠੀਕ ਹੈ, ਚਾਹਾਂ ਤੇ ਮੈਂ ਤੁਹਾਡੇ ਕੋਲ ਜਿਹੜੇ ਥੋੜੇ ਬਹੁਤੇ ਵੀ ਤੁਹਾਡੀਆਂ ਇਸ ਟਾਈਮ ਤੁਹਾਡੇ ਕੋਲ ਥੋੜੇ ਬਹੁਤੇ ਰਾਈਟਸ ਵੀ ਹੈਗੇ ਆ ਨਾ ਤੇ ਮੈਂ ਉਹ ਵੀ ਆਪਣੇ ਅੰਡਰ ਕਰ ਸਕਦੀ ਹੈਗੀ ਆ। ਯਾਦ ਰੱਖਣਾ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕਿੰਗ ਦੇ ਉੱਤੇ ਡਿਪੈਂਡ ਕਰਦਾ ਸੀਗਾ ਕਿ ਉਹਨੇ ਆਪਣੀ ਪ੍ਰਜਾ ਨੂੰ ਕਿਸ ਤਰੀਕੇ ਦੇ ਨਾਲ ਰੱਖਣਾ ਹੈਗਾ। ਠੀਕ ਹੈ, ਜੇ ਤਾਂ ਕਿੰਗ ਅੱਛਾ ਹੈਗਾ ਤੇ ਉਹ ਆਪਣੀ ਪ੍ਰਜਾ ਨੂੰ ਅੱਛੇ ਤਰੀਕੇ ਨਾਲ ਰੱਖੇਗਾ, ਸਾਰੇ ਤਰ੍ਹਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਪ੍ਰਜਾ ਨੂੰ ਦੇਗਾ। ਲੇਕਿਨ ਅਗਰ ਕਿੰਗ ਹੀ ਬੁਰੇ ਤਰੀਕੇ ਦਾ ਹੈਗਾ ਵਾ ਤੇ ਉਹ ਆਪਣੀ ਪ੍ਰਜਾ ਨੂੰ ਕਦੇ ਵੀ ਖੁਸ਼ ਰੱਖਣ ਦਾ ਕੰਮ ਨਹੀਂ ਕਰੇਗਾ। ਚਲੋ ਅਸੀਂ ਆਨੇ ਆ ਗੁਪਤ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਾ ਕਿੰਗ ਦੇ ਉੱਤੇ। ਕਹਿੰਦੇ ਕਿੰਗ ਦੇ ਕੋਲ ਬਹੁਤ ਸਾਰੀਆਂ ਪਾਵਰ ਸੀ, ਬਹੁਤ ਸਾਰੀਆਂ ਪਾਵਰ ਹੋਣ ਦੇ ਕਰਕੇ ਉਹ ਕਿਸੇ ਨੂੰ ਵੀ ਪੋਜੀਸ਼ਨ ਦੇ ਉੱਤੇ ਰੱਖ ਸਕਦਾ ਸੀ, ਕਿਸੇ ਨੂੰ ਵੀ ਆਪਣੀ ਪੋਜੀਸ਼ਨ ਦੇ ਉੱਤੋਂ ਕੱਟ ਆਫ ਕਰ ਸਕਦਾ ਸੀ, ਮਤਲਬ ਕਿਸੇ ਨੂੰ ਵੀ ਪੋਜੀਸ਼ਨ ਦੇ ਉੱਤੋਂ ਹਟਾ ਸਕਦਾ ਸੀ। ਕਹਿੰਦੇ ਇਸ ਤੋਂ ਇਲਾਵਾ ਉਹ ਮਿਲਟਰੀ ਦਾ ਹੈਡ ਹੁੰਦਾ ਸੀਗਾ, ਜਸਟਿਸ ਉਹਦੇ ਦੁਆਰਾ ਕੀਤੀ ਜਾਂਦੀ ਸੀ, ਇਵਨ ਕਿ ਉਹਦੇ ਮੂੰਹ ਦੇ ਵਿੱਚੋਂ ਨਿਕਲਣ ਵਾਲਾ ਇੱਕ ਹਰ ਵਰਡ ਜਿਹੜਾ ਸੀਗਾ ਇੱਕ ਲਾਅ ਬਣ ਜਾਂਦਾ ਸੀ। ਠੀਕ ਹੈ, ਲਾਅ ਬਣ ਜਾਂਦਾ ਸੀਗਾ। ਕਹਿੰਦੇ ਇਸ ਤੋਂ ਇਲਾਵਾ ਉਹਨੇ ਹੋਰ ਵੀ ਬਹੁਤ ਸਾਰੀਆਂ ਪੋਜੀਸ਼ਨ ਜਿਹੜੀਆਂ ਸੀਗੀਆਂ ਅਚੀਵ ਕੀਤੀਆਂ ਹੋਈਆਂ ਸੀ। ਫੋਰ ਐਗਜ਼ਾਮਪਲ ਦੇ ਤੌਰ ਤੇ ਉਹਨੂੰ ਰਾਜ ਧਿਰਾਜ ਵੀ ਬੋਲਿਆ ਜਾਂਦਾ ਸੀ। ਠੀਕ ਹੈ, ਰਾਜਾ ਧਿਰਾਜ, ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਹੈ। ਕਿੰਗ ਹੁੰਦਾ ਸੀ ਨਾ ਜਦੋਂ, ਜਿੱਦਾਂ ਆਪਾਂ ਬੋਲਦੇ ਆ ਨਾ ਕਿ ਜਿਸ ਤਰ੍ਹਾਂ ਮੇਰਾ ਨਾਮ ਹੈਗਾ ਇਸ ਟਾਈਮ ਨਵਨੀਤ ਕੌਰ, ਠੀਕ ਹੈ,
ਸ਼ਾਰਟ ਨੇਮ ਵੀ ਹੈਗਾ, ਨਵੀ ਵੀ ਬੋਲ ਦਿੰਦੇ ਆ, ਨਵ ਵੀ ਬੋਲ ਦਿੰਦੇ ਆ, ਨੀਤੂ ਵੀ ਬੋਲ ਦਿੰਦੇ ਆ, ਜੋ ਦਿਲ ਚ ਆਇਆ ਬੋਲ ਦਿੰਦੇ ਆ। ਠੀਕ ਹੈ, ਇਸੇ ਤਰ੍ਹਾਂ ਹੀ ਕਿੰਗ ਜਿਹੜਾ ਸੀਗਾ ਉਹ ਆਪਣੇ ਅਕੋਰਡਿੰਗ ਜਿਹੜੇ ਆਪਣੇ ਨਾਮ ਹੈਗਾ ਉਹ ਸੈੱਟ ਕਰਦਾ ਸੀ ਕਿ ਉਹਨੇ ਕਿਹੜੀਆਂ ਕਿਹੜੀਆਂ ਪੋਜੀਸ਼ਨ ਜਿਹੜੀਆਂ ਹੈਗੀਆਂ ਨੇ ਲੈਣੀਆਂ ਨੇ। ਫੋਰ ਐਗਜ਼ਾਮਪਲ ਦੇ ਤੌਰ ਤੇ ਉਹਨੇ ਪਰਮ ਰਾਜਾ ਧੀਰਾਜ, परम देवता, परम भगवत, दोबारा मैं नाम रिपीट कर दिया, राइट डाउन कर लेना बच्चे, कि उन्हें परम राजा तिराज, परम देवता, परम भगवत। ठीक है, तो इन्हें ये ਜਿਹੜੀਆਂ ਪੋਜੀਸ਼ਨ ਸੀਗੀਆਂ ਉਹਨੇ ਹਾਇਰ ਕੀਤੀਆਂ ਹੋਈਆਂ ਸੀ, ਲਈਆਂ ਹੋਈਆਂ ਸੀ। ਇਸ ਤੋਂ ਇਲਾਵਾ ਉਹ ਕੁਆਇਨ ਬਣਾਉਂਦਾ ਸੀ। ਠੀਕ ਹੈ, ਕੁਆਇਨ ਉਹ ਨਹੀਂ ਸੀ ਬਣਾਉਂਦਾ, ਇਹ ਨਾ ਕਹਿ ਦਿਓ ਕਿ ਮੈਡਮ ਨੇ ਲਿਖ ਦਿੱਤਾ ਸੀ ਕਿ ਕੁਆਇਨ ਉਹ ਬਣਾਉਂਦਾ ਸੀ। ਜਿਹੜੇ ਕੁਆਇਨ ਬਣਾਏ ਜਾਂਦੇ ਸੀ ਨਾ, ਸਿੱਕੇ ਬਣਾਏ ਜਾਂਦੇ ਸੀਗੇ, ਤੇ ਉਹਨਾਂ ਸਿੱਕਿਆਂ ਦੇ ਉੱਤੇ ਉਹਦਾ ਨਾਮ ਲਿਖਵਾਇਆ ਜਾਂਦਾ ਸੀਗਾ ਜਿਹੜਾ ਉਸ ਟਾਈਮ ਦਾ ਰਾਜਾ ਸੀਗਾ। ਠੀਕ ਹੈ, ਕਹਿੰਦੇ ਭਾਵੇਂ, ਹਾਂਜੀ ਬੇਟਾ, परम भगवत, परम भगवत, परम देवता। मैं दोबारा नाम तीन रिपीट कर देनी, परम राजा तिराज, परम देवता, परम भगवत। ठीक है, सो कहते कि राजे दे कोल चाहे बहुत सारिया शक्तियां सी, पावर बहुत सारिया सी, लेकिन कदे भी वो अपनियां जिहड़ियां पावर्स हैगियां ने उन्हां नूं वो मिसयूज नहीं सी करदा। वो हमेशा ही अपने पावर नूं किद्दां यूज करदा सी तां जो जिहड़े ओहदे सब्जेक्ट आ, जिहड़ी ओहदी प्रजा हैगी आ, ओहदी भलाई दे लई काम हो सके। ठीक है, उस तो बाद हैगा द मिनिस्टर्स। ठीक है, द मिनिस्टर्स का मतलब हैगा वा कि इस तो इलावा ਉਹਦੇ ਕੋਲ ਕਿਹੜੇ ਮਿਨਿਸਟਰਸ ਸੀਗੇ। ਅਸੀਂ ਕਹਿੰਦੇ ਆ ਕਿ ਮਿਨਿਸਟਰਸ ਤਾਂ ਉਹਦੇ ਕੋਲ ਬਹੁਤ ਸੀਗੇ। ਠੀਕ ਹੈ, ਡਿਫਰੈਂਟ ਟਾਈਪ ਦੇ ਉਹਦੇ ਡਿਪਾਰਟਮੈਂਟ ਦੇ ਵਿੱਚ ਮਿਨਿਸਟਰ ਸੀਗੇ ਜਿਨ੍ਹਾਂ ਨੂੰ ਵੱਖਰੀਆਂ ਪੋਸਟਾਂ ਦਿੱਤੀਆਂ ਸੀਗੀਆਂ। ਲੇਕਿਨ ਅਸੀਂ ਇਹ ਕਵਾਂਗੇ ਕਿ ਉਹ ਜਿਹੜੇ ਪਰਸਨ ਸੀਗੇ ਉਹ ਇੱਕ ਐਡਵਾਈਜ਼ਰੀ ਸਿਸਟਮ ਦੇ ਤੌਰ ਤੇ ਕੰਮ ਕਰਦੇ ਸੀ, ਮਤਲਬ ਇੱਕ ਐਡਵਾਈਸ ਦੇਣ ਦਾ ਕੰਮ ਕਰਦੇ ਸੀਗੇ। ਉਹਨੂੰ ਮੰਨਣਾ ਜਾਂ ਨਾ ਮੰਨਣਾ ਰਾਜੇ ਦੇ ਉੱਤੇ ਡਿਪੈਂਡ ਹੋ ਜਾਂਦਾ ਸੀ। ਠੀਕ ਹੈ, ਕਹਿੰਦੇ ਕਿਹੜੇ ਮਿਨਿਸਟਰ ਸੀਗੇ ਉਸ ਟਾਈਮ ਪੀਰੀਅਡ ਦੇ ਵਿੱਚ। ਅਸੀਂ ਕਹਿਣਾ ਹੈਗਾ ਉਸ ਟਾਈਮ ਪੀਰੀਅਡ ਦੇ ਵਿੱਚ ਯੁੱਧ ਅਤੇ ਸ਼ਾਂਤੀ ਦੇ ਲਈ ਇੱਕ ਮਿਨਿਸਟਰਸ ਹੁੰਦਾ ਸੀ, ਯਾਨੀ ਕਿ ਵਾਰ ਐਂਡ ਪੀਸ ਮਿਨਿਸਟਰਸ ਹੁੰਦਾ ਸੀਗਾ। ਮਹਾਦੰਡ ਨਾਇਕ, ਪੰਜਾਬੀ ਇੰਗਲਿਸ਼ ਏਦਾਂ ਹੀ ਲਿਖੋਗੇ ਤੁਸੀਂ ਸਭ। ਠੀਕ ਹੈ ਨਾ, तो महादंड नायक ਦਾ ਮਤਲਬ ਹੈਗਾ ਜਸਟਿਸ ਮਿਨਿਸਟਰ, चाहे जिदा मैं बोल रही हूँ जस्टिस मिनिस्टर। ठीक है, वार एंड पीस मिनिस्टर ऐदा लिखना है तो ऐदा लिख लो, गलत नहीं जाएगा। ठीक है ना, उस तो बाद तुहाडा हैगा वा महाप्रतिहार मिनिस्टर, यानी कि ओदी जेड़ी पैलेस दी प्रोटेक्शन दे लई मंत्री बनाया जांदा सी वो मिनिस्टर्स। उस तो बाद हैगा पुलिस मिनिस्टर्स। ठीक है, सॉरी पुलिस डिपार्टमेंट जेड़ा सीगा ओदी ओ भी ओदी पोस्ट दे विच सीगा। इस तो इलावा हैगा वा कहंदे कि ओह एक किस्म दा कह लो कि जेड़े हॉर्स राइडिंग करदे आ, हॉर्स राइडिंग समझदे हो ना, घोड़सवारी करदे आ, कुछ इस तरह दे मिनिस्टर उन्हें अपने डिपार्टमेंट, कुछ इस तरह दे पर्सन भी उन्हें अपने डिपार्टमेंट दे विच रखे होए सीगे तां जो मतलब सारे तरह दे लोकां दे अंडर रह के ओ काम कर सके। हुण देखो घोड़सवारी दे लिए भी कोई ना कोई पर्सन चाहिदा वा जिहड़ी उन्हां नूं ट्रेनिंग दे देवे, ओने ओहदे लई वखरा डिपार्टमेंट सैट कीता होया सी। फाइनैंशियल मिनिस्टर चाहिदा सी, वखरा डिपार्टमेंट सैट कीता सी। पैदल सेना दे लई उसनूं कोई पर्सन चाहिदा सी, ओने वखरा डिपार्टमेंट सैट कीता सी। कोई वार और पीस हुंदी है, मतलब युद्ध ते शांति करना वा, ओहदे लई ओने वखरा मिनिस्टर जिहड़ा सीगा पोस्ट दे उत्ते रखिया होया सीगा। लेकिन असीं ये कहना है कि ओने मिनिस्टर्स बहुत सारे रखे सी, एक किस्म दे एडवाइजरी सिस्टम दे तौर ते काम करदे सी। सारा डिपेंड राजे ते करदा सीगा। ठीक है, किंग दे उत्ते डिपेंड करदा सीगा कि उसने किसी पर्सन नूं मनना है कि नहीं मनना है। ठीक है, इस चीज नूं समझण दी कोशिश करना तुसीं लोग। उस तो बाद हैगा लोकल एडमिनिस्ट्रेशन। ठीक है, लोकल एडमिनिस्ट्रेशन का मतलब हैगा वा स्थानिक प्रबंध। कहंदे कि उसने बहुत सारे प्रांत जिहड़े सीगे, जिसनूं तुसीं प्रोविजनल बोल दिंदे हैगे, वो बहुत सारे प्रांत जिहड़े सी उसने डिस्ट्रिक्ट दे विच जिहड़ा सीगा डिवाइड कीता सीगा। कहंदे जिले नूं उस टाइम, यानी कि जिले नूं उस टाइम की बोलिया जांदा सी विषय।
ठीक है। तो उस समय डिस्ट्रिक्ट ਨੂੰ क्या बोल ਦਿੱਤਾ ਜਾਂਦਾ ਸੀ ਵਿਸ਼ਯ, ਯਾਨੀ ਕਿ ਤੁਸੀਂ ਲਿਖਣਾ ਹੈ ਕਿ ਜਿਹੜੇ ਪ੍ਰਾਂਤ ਵਗੈਰਾ ਹੁੰਦੇ ਸੀ ਪ੍ਰੋਵਿਜ਼ਨਲਸ ਵਗੈਰਾ ਹੁੰਦੇ ਸੀਗੇ ਉਹਨੂੰ ਉਹਨੇ ਡਿਸਟ੍ਰਿਕਟ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਉਸ ਟਾਈਮ ਪੀਰੀਅਡ ਦੇ ਵਿੱਚ ਡਿਸਟ੍ਰਿਕਟ ਨੂੰ ਬੋਲਿਆ ਜਾਂਦਾ ਸੀਗਾ ਵਿਸ਼ਯ, ਠੀਕ ਹੈ। तो ਕਹਿੰਦੇ ਕਿ ਵਿਸ਼ਯ ਦਾ ਜਿਹੜਾ ਹੈਡ ਸੀ ਉਹਨੂੰ ਬੋਲਿਆ ਜਾਂਦਾ ਸੀ ਵਿਸ਼ਪਤੀ, ਪੰਜਾਬੀ ਹੋਵੇ ਇੰਗਲਿਸ਼ ਹੋਵੇ ਵਿਸ਼ਪਤੀ ਮਤਲਬ ਵਿਸ਼ਪਤੀ, ਠੀਕ ਹੈ। ਸੋ ਕਹਿੰਦੇ ਕਿ ਸਾਰੇ ਦੇ ਸਾਰੇ ਜਿਹੜੇ ਡਿਸਟ੍ਰਿਕਟ ਹੈਗਾ ਵਾ ਉਹ ਵਿਸ਼ਪਤੀ ਜਿਹੜਾ ਸੀਗਾ ਹੈਂਡਲ ਕਰਦਾ ਸੀਗਾ। ਕਹਿੰਦੇ ਕਦੇ ਕਦੇ ਸਮਰਾਟ ਜਿਹੜਾ ਸੀਗਾ, ਸਮਰਾਟ ਮਤਲਬ ਕਿੰਗ, ਉਹ ਖੁਦ ਵੀ ਜਾਂਦਾ ਸੀਗਾ ਸਾਰੇ ਸਿਸਟਮ ਨੂੰ ਇੱਕ ਕਿਸਮ ਦਾ ਦੇਖਣ, ਠੀਕ ਹੈ, ਕਿ ਜਿਹੜਾ ਸਿਸਟਮ ਹੈਗਾ ਵਾਕਈ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਕਿ ਸਿਸਟਮ ਅੱਛੇ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਹੈਗਾ, ਇਹ ਦੇਖਣ ਦੇ ਲਈ ਵੀ ਉਹ ਜਾਂਦਾ ਸੀਗਾ। ਕਹਿੰਦੇ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਸੀ ਉਹਨੂੰ ਅੱਗਿਓਂ ਅਰਬਨਾਈਜੇਸ਼ਨ ਐਂਡ ਲੋਕਲ ਐਡਮਿਨਿਸਟ੍ਰੇਸ਼ਨ ਯਾਨੀ ਕਿ ਜਿਹੜਾ ਅਸੀਂ ਕਹਿੰਦੇ ਆ ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਦੇ ਵਿੱਚ ਵੰਡਿਆ ਹੋਇਆ ਸੀ, ਯਾਨੀ ਕਿ ਸ਼ਹਿਰਾਂ ਅਰਬਨਾਈਜੇਸ਼ਨ ਮਤਲਬ ਸ਼ਹਿਰ ਹੁੰਦੇ ਆ, ਠੀਕ ਹੈ। ਤਾਂ ਸ਼ਹਿਰਾਂ ਦੇ ਵਿੱਚ ਤੇ ਲੋਕਲ ਐਡਮਿਨਿਸਟ੍ਰੇਸ਼ਨ ਮਤਲਬ ਲੋਕਲ ਦੇ ਜਿਹੜੇ ਪਿੰਡ ਵਗੈਰਾ ਸੀਗਾ ਉਹਨਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ। ਕਹਿੰਦੇ ਸ਼ਹਿਰ ਦੇ ਵਿੱਚ ਜਿਹੜਾ ਹੈੱਡ ਹੁੰਦਾ ਸੀਗਾ ਅਰਬਨਾਈਜੇਸ਼ਨ ਦਾ, ਜੋ ਹੈੱਡ ਸੀਗਾ ਉਹਦਾ ਨਾਮ ਸੀਗਾ ਪੁਰਪਾਲ। ਕੀ ਨਾਮ ਸੀ ਉਹਦਾ? ਪੁਰਪਾਲ, ਠੀਕ ਹੈ। ਨਾਮ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ। ਜੋ ਸ਼ਹਿਰ ਦਾ ਹੈੱਡ ਹੁੰਦਾ ਸੀ ਯਾਨੀ ਕਿ ਅਰਬਨਾਈਜੇਸ਼ਨ ਦੇ ਵਿੱਚ ਜਿਹੜਾ ਹੈੱਡ ਆਫ ਦਾ ਡਿਪਾਰਟਮੈਂਟ ਹੁੰਦਾ ਸੀ, ਦਾ ਨੇਮ ਇਜ਼ ਪੁਰਪਾਲ। ਕਹਿੰਦੇ ਇਹਦਾ ਕੰਮ ਕੀ ਹੁੰਦਾ ਸੀ? ਅਰੇ ਮੇਰੀ ਗੱਲ ਸੁਣੋ, ਐਵੇਂ ਹਮੇਸ਼ਾ ਕਿਤਾਬਾਂ ਦੇ ਵਿੱਚ ਨਹੀਂ ਚਲੇ ਜਾਈਦਾ ਵੀ ਜੋ ਜੋ ਕਿਤਾਬ 'ਚ ਲਿਖ ਰਿਹਾ ਹੈਗਾ ਵਾ ਅਸੀਂ ਉਹੀ ਮਤਲਬ ਬੋਲਣਾ ਹੈਗਾ ਵਾ। ਤੁਸੀਂ ਖੁਦ ਹੀ ਸੋਚੋ, ਅਗਰ ਸ਼ਹਿਰ ਦੇ ਵਿੱਚ ਰਹਿ ਰਿਹਾ ਤੇ ਕੀ ਕੰਮ ਹੋਏਗਾ? ਅਫਕੋਰਸ ਉਹਦਾ ਇਹੀ ਕੰਮ ਹੋਏਗਾ ਨਾ ਕਿ ਉਹ ਪ੍ਰੋਟੈਕਸ਼ਨ ਦਾ ਕੰਮ ਕਰ ਰਿਹਾ ਹੈ, ਸਿਹਤ ਦੀ ਪ੍ਰੋਟੈਕਸ਼ਨ ਦਾ ਕੰਮ ਕਰ ਰਿਹਾ। ਜਿੱਦਾਂ ਹੁਣ ਸਾਰੇ ਲੋਕ ਇਸ ਟਾਈਮ COVID-19 ਚੱਲ ਰਿਹਾ ਹੈਗਾ ਵਾ, ਤਾਂ ਜੋ ਹੁਣ ਇਸ ਟਾਈਮ ਤੋਂ ਪੁਲਿਸ ਡਿਪਾਰਟਮੈਂਟ ਹੈਗਾ ਆਪਣੇ ਘਰ ਤੋਂ ਸਾਰੇ ਮਾਸਕ ਲਗਾ ਕੇ ਜਾਂਦੇ ਆ ਕਿ ਨਹੀਂ ਜਾਂਦੇ? ਇਹਦਾ ਮਤਲਬ ਕੀ ਹੈ ਕਿ ਜੋ ਸ਼ਹਿਰ ਦਾ ਹੈਡ ਹੈ ਉਸਨੇ ਪਹਿਲਾਂ ਇੰਸਟਰਕਸ਼ਨਸ ਦੇ ਕੇ ਰੱਖੀਆਂ ਹੋਈਆਂ ਆਪਣੇ ਡਿਪਾਰਟਮੈਂਟ ਦੇ ਪਰਸਨ ਨੂੰ ਕਿ ਜਿਹੜਾ ਇਦਾਂ ਦਾ ਕੰਮ ਨਹੀਂ ਕਰਦਾ, ਮਾਸਕ ਵਗੈਰਾ ਨਹੀਂ ਲਾਉਂਦਾ, ਦੈਨ ਉਹਨੂੰ ਪਨਿਸ਼ ਕਰ ਦਿੱਤਾ ਜਾਵੇ। ਇਸ ਤਰ੍ਹਾਂ ਹੀ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਸੀਗਾ ਕਿ ਜਿਹੜੀ ਹੈਲਥ ਦੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਸੀ ਕੰਮ ਕਰਦਾ ਸੀਗਾ, ਜਾਂ ਫਿਰ ਕਹਿ ਲਓ ਕਿ ਆਲੇ ਦੁਆਲੇ ਦੀ ਸਫਾਈ, ਆਪਣੀ ਸਰਾਊਂਡਿੰਗ ਦੀ ਜਿਹੜੀ ਸਫਾਈ ਹੈਗੀ ਹੈ, ਠੀਕ ਹੈ, ਕਲੀਨਿਨੈਸ ਹੈਗੀ ਆ, ਉਹਦੇ ਲਈ ਕੰਮ ਕਰਦਾ ਸੀਗਾ। ਇਸ ਤੋਂ ਇਲਾਵਾ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜਾ ਸੀ ਕੰਮ ਕਰਦਾ ਸੀ। ਕਹਿੰਦੇ ਸਭ ਤੋਂ ਛੋਟਾ ਜਿਹੜਾ ਇਕਾਈ ਹੁੰਦੀ ਸੀ ਯਾਨੀ ਕਿ ਸਭ ਤੋਂ ਛੋਟਾ ਜਿਹੜਾ ਡਿਪਾਰਟਮੈਂਟ ਹੈ ਇੱਕ ਕਿਸਮ ਦਾ, ਜਿਹਦੇ ਕੋਲ ਵਿਲੇਜ ਦਾ ਡਿਪਾਰਟਮੈਂਟ ਹੈ, ਉਸਨੂੰ ਬੋਲਿਆ ਜਾਂਦਾ ਸੀ। ਯਾਨੀ ਕਿ ਸਭ ਤੋਂ ਛੋਟੀ ਇਕਾਈ ਇੱਕ ਕਿਸਮ ਦੀ ਪਿੰਡ ਹੁੰਦੀ ਸੀ ਤੇ ਪਿੰਡ ਦਾ ਵਿੱਚ ਜਿਹੜਾ ਹੈਡ ਹੁੰਦਾ ਸੀ ਉਸਨੂੰ ਗ੍ਰਾਮੀਣ ਬੋਲਿਆ ਜਾਂਦਾ ਸੀ, ਠੀਕ ਹੈ। ਗ੍ਰਾਹਮਿਕ ਬੋਲਿਆ ਜਾਂਦਾ ਸੀ। ਸ਼ਹਿਰਾਂ ਵਾਲੇ ਨੂੰ ਕੀ ਬੋਲਿਆ ਜਾਂਦਾ ਸੀ? ਪੁਰਪਾਲ। ਪਿੰਡਾਂ ਵਾਲਿਆਂ ਨੂੰ ਕੀ ਬੋਲਿਆ ਜਾਂਦਾ ਹੈਗਾ? ਪਿੰਡਾਂ ਦਾ ਵਿੱਚ ਜਿਹੜਾ ਡਿਪਾਰਟਮੈਂਟ ਹੁੰਦਾ, ਵਿਲੇਜ ਦੇ ਵਿੱਚ ਜਿਹੜਾ ਹੈਡ ਹੁੰਦਾ ਉਸਨੂੰ ਕੀ ਬੋਲਿਆ ਜਾਂਦਾ ਸੀ? ਗ੍ਰਾਮਿਕ। ਕਹਿੰਦੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਿਹੜਾ ਸਿਸਟਮ ਹੈਗਾ ਪੰਚਾਇਤ ਦੇ ਅਕੋਰਡਿੰਗ ਚਲਾਇਆ ਜਾਂਦਾ ਹੈਗਾ ਵਾ। ਤੁਹਾਨੂੰ ਸਭ ਨੂੰ ਹੀ ਪਤਾ ਹੈਗਾ, ਠੀਕ ਹੈ। ਤਾਂ ਪਿੰਡਾਂ ਦੇ ਵਿੱਚ ਸਿਸਟਮ ਪੰਚਾਇਤ ਦੇ ਅਕੋਰਡਿੰਗ ਚਲਾਇਆ ਜਾਂਦਾ ਵਾ, ਠੀਕ ਹੈ। ਤਾਂ ਬਾਕੀ ਜਿਹੜੇ ਪਰਸਨ ਹੁੰਦੇ ਆ ਹੋਪ ਸੋ ਕਿ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਕੇ ਪਿੰਡਾਂ ਦਾ ਸਿਸਟਮ ਜਿਹੜਾ ਹੈਗਾ ਉਸਦੇ ਅਕੋਰਡਿੰਗ ਹੀ ਚਲਾਇਆ ਜਾਂਦਾ ਵਾ। ਉਸ ਤੋਂ ਬਾਅਦ ਹੈਗਾ ਜੁਡੀਸ਼ਰੀ ਐਡਮਿਨਿਸਟ੍ਰੇਸ਼ਨ। ਕਹਿੰਦੇ ਜੁਡੀਸ਼ਰੀ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀ? ਜੁਡੀਸ਼ੀਅਲ ਦਾ ਮਤਲਬ ਹੁੰਦਾ ਨਿਆਂ ਪ੍ਰਬੰਧ ਕਿੱਦਾਂ ਦਾ ਸੀਗਾ, ਠੀਕ ਹੈ, ਉਸ ਟਾਈਮ ਪੀਰੀਅਡ ਦੇ ਵਿੱਚ। ਤਾਂ ਅਸੀਂ ਦੇਖਣਾ ਹੈਗਾ ਕਿ ਗੁਪਤ ਟਾਈਮ ਪੀਰੀਅਡ ਦੇ ਵਿੱਚ ਨਿਆਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀਗਾ, ਠੀਕ ਹੈ। ਨਿਆਂ ਨੂੰ ਕਿਸ ਤਰੀਕੇ ਦੇ ਨਾਲ ਪਸੰਦ ਕੀਤਾ ਜਾਂਦਾ ਸੀਗਾ? ਤੁਸੀਂ ਆਪਣੇ ਆਪ ਇਹ ਚੀਜ਼ ਮੰਨ ਕੇ ਚੱਲੋ ਕਿ ਜਿਹੜਾ ਨਿਆਂ ਦਾ ਸਿਸਟਮ ਹੈਗਾ ਵਾ, ਜਿਹੜਾ ਨਿਆਂ ਦਾ ਸਿਸਟਮ ਹੈਗਾ ਉਹ ਇਸ ਤਰ੍ਹਾਂ ਦਾ ਸਿਸਟਮ ਸੀਗਾ ਕਿ ਲੋਕ ਜਿਹੜੇ ਸੀਗੇ ਅਦਾਲਤਾਂ ਦੇ ਵਿੱਚ ਜਿਹੜਾ ਸੀਗਾ ਉਹ ਕੋਰਟ ਦੇ ਵਿੱਚ ਜਿਹੜਾ ਸੀਗਾ ਜਾਣਾ ਜ਼ਿਆਦਾ ਪਸੰਦ ਕਰਦੇ ਸੀ, ਬਿਕੋਜ਼ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਲਾਅ ਦੇ ਨਾਲ ਰਿਲੇਟਡ ਜਿਹੜੀਆਂ ਸੀ ਬੁੱਕਸ ਜ਼ਰੂਰ ਲਿਖੀਆਂ ਗਈਆਂ ਸੀਗੀਆਂ ਕਿ ਜਿਹੜਾ ਕੋਈ ਪਰਸਨ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਦਾ ਵਾ ਕਿਸ ਦੇ ਅਕੋਰਡਿੰਗ ਉਸਨੂੰ ਪਨਿਸ਼ਮੈਂਟ ਦਿੱਤੀ ਜਾਏਗੀ। ਅੱਛਾ, ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਦੱਸ ਸਕਦੇ ਹੈਗੇ ਹੋ ਕਿ ਕਿਹੜੇ ਅਕੋਰਡਿੰਗ ਸਜ਼ਾ ਦਿੱਤੀ ਜਾਂਦੀ ਹੈ? ਜਿੱਦਾਂ ਮੈਂ ਪੁਰਾਣਾ ਤਾਂ ਬੋਲ ਦਿੱਤਾ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕੁਝ ਬੁੱਕਸ ਲਿਖੀਆਂ ਜਾਂਦੀਆਂ ਸੀ ਜਿਹਦੇ ਵਿੱਚ ਲਿਖਿਆ ਜਾਂਦਾ ਸੀਗਾ ਕਿ ਆਹ ਕ੍ਰਾਈਮ ਕਰਨ ਦੇ ਉੱਤੇ ਆਹ ਪਨਿਸ਼ਮੈਂਟ ਦਿੱਤੀ ਜਾਂਦੀ ਆ। ਪੁਰਾਣੇ ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਏਦਾਂ ਦੀ ਕਿਹੜੀ ਬੁੱਕ ਹੈਗੀ ਆ ਜਿੱਤੇ ਲਿਖਿਆ ਗਿਆ ਵਾ ਕਿ ਆਹ ਕ੍ਰਾਈਮ ਕਰਨ ਦੇ ਉੱਤੇ ਆਹ ਪਨਿਸ਼ਮੈਂਟ ਦਿੱਤੀ ਜਾਏਗੀ? ਕਨਸਟੀਟਿਊਸ਼ਨ, ਬਿਲਕੁਲ ਸਹੀ ਹੈਗਾ ਵਾ ਪਰਮ। ਕਨਸਟੀਟਿਊਸ਼ਨ ਇਸ ਤਰ੍ਹਾਂ ਦੀ ਬੁੱਕ ਹੈ ਜਿਹੜੇ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਸਾਡੀ ਸਜ਼ਾ ਸਿਲੈਕਟ ਕਰਦੀ ਹੈ ਜੇ ਅਸੀਂ ਕੋਈ ਕ੍ਰਾਈਮ ਕਰਦੇ ਹਾਂ, ਠੀਕ ਹੈ। ਕਹਿੰਦੇ ਅਪਰਾਧੀਆਂ ਨੂੰ ਮੋਸਟਲੀ ਅਸੀਂ ਦੇਖਦੇ ਹੈਗੇ ਆ, ਅਸੀਂ ਗੁਪਤ ਟਾਈਮ ਪੀਰੀਅਡ ਦੀ ਗੱਲ ਕਰਾਂਗੇ ਤਾਂ ਸਜ਼ਾ ਸਟ੍ਰਿਕਟਲੀ ਬੇਸਿਸ ਦੇ ਉੱਤੇ ਨਹੀਂ ਸੀ ਦਿੱਤੀ ਜਾਂਦੀ, ਮੋਸਟਲੀ ਫਾਈਨ ਕਰ ਦਿੱਤਾ ਜਾਂਦਾ ਸੀ, ਠੀਕ ਹੈ। ਕਹਿੰਦੇ ਬਹੁਤ ਵੱਡਾ ਕੋਈ ਅਪਰਾਧ ਕਰ ਲਵੇ, ਮਤਲਬ ਕਿ ਕ੍ਰਾਈਮ ਕੁਝ ਜ਼ਿਆਦਾ ਹੀ ਹਾਈ ਲੈਵਲ ਤੇ ਹੋ ਜਾਵੇ ਤਾਂ ਮੋਸਟਲੀ ਉਹਦਾ ਬੋਡੀ ਪਾਰਟ ਦਾ ਕੋਈ ਪਾਰਟ ਕੱਟ ਦਿੱਤਾ ਜਾਂਦਾ ਸੀਗਾ, ਠੀਕ ਹੈ।
ਕਹਿੰਦੇ ਸਜ਼ਾ ਕਹਿੰਦੇ ਮੌਤ ਦੀ ਨਹੀਂ ਸੀ ਦਿੱਤੀ ਜਾਂਦੀ, ਕਹਿੰਦੇ ਈਵਨ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਹੈਗਾ ਵਾ ਕਹਿੰਦੇ ਅਪਰਾਧ ਵੀ ਬਹੁਤ ਘੱਟ ਹੁੰਦੇ ਸੀ। ਸ਼ਾਇਦ ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਗੱਲ ਕੀਤੀ ਸੀ, ਫਹੀਆਨ ਨਾਂ ਦਾ ਇੱਕ ਰਾਈਟਰ ਸੀਗਾ, ਉਹ ਕਹਿੰਦਾ ਕਿ ਮੈਂ ਇੱਕ ਚੀਨੀ ਯਾਤਰੀ ਹਾਂ, ਮੈਂ ਇੱਥੇ ਪੰਜਾਬ ਦੇ ਵਿੱਚ ਜਦੋਂ ਆਇਆ, ਭਾਰਤ ਦੇ ਵਿੱਚ ਸੌਰੀ ਜਦੋਂ ਆਇਆ, ਤੇ ਮੈਂ ਬਹੁਤ ਲੰਬੀਆਂ ਯਾਤਰਾਵਾਂ ਕੀਤੀਆਂ, ਮਤਲਬ ਮੈਂ ਬਹੁਤ ਜ਼ਿਆਦਾ ਟੂਰ ਇੱਥੇ ਕੱਟੇ, ਬਹੁਤ ਟਰੈਵਲ ਕੀਤਾ, ਲੇਕਿਨ ਕਹਿੰਦਾ ਮੈਨੂੰ ਇੱਕ ਵਾਰ ਵੀ ਮੇਰਾ ਕੋਈ ਵੀ ਸਮਾਨ ਜਿਹੜਾ ਹੈਗਾ ਇੱਥੇ ਗੁੰਮ ਨਹੀਂ ਹੋਇਆ। ਇੱਥੋਂ ਕੀ ਪਤਾ ਲੱਗਦਾ ਹੈ? ਇੱਥੋਂ ਇਹ ਪਤਾ ਲੱਗਦਾ ਹੈਗਾ ਕਿ ਉਸ ਪਰਸਨ ਨੇ ਸਾਡੀ ਕਿੰਨੀ ਤਾਰੀਫ ਕੀਤੀ ਹੈ ਸਾਡੇ ਭਾਰਤ ਦੀ, ਕਿ ਉਸ ਟਾਈਮ ਪੀਰੀਅਡ ਦੇ ਵਿੱਚ ਚੋਰੀ ਦੀਆਂ ਵਾਰਦਾਤ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਸੀ ਹੁੰਦੀਆਂ। ਠੀਕ ਹੈ ਬੇਟਾ। ਉਸ ਤੋਂ ਬਾਅਦ ਤੁਹਾਡਾ ਹੈਗਾ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ। ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਕਹਿ ਲਓ ਕਿ ਸਟਰੋਂਗ ਬੇਸਿਸ ਦਾ ਸੀਗਾ, ਬਿਕੋਜ਼ ਇਕਨੋਮਿਕ ਕੰਡੀਸ਼ਨ ਦੇ ਉੱਤੇ ਉਸ ਟਾਈਮ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ। ਹੁਣ ਕਾਫੀ ਜ਼ਿਆਦਾ ਕਿੱਦਾਂ ਧਿਆਨ ਦਿੱਤਾ ਜਾਂਦਾ ਵਾ? ਕਹਿੰਦੇ ਸੋਰਸ ਆਫ ਇਨਕਮ, ਕਹਿੰਦੇ ਇਨਕਮ ਦਾ ਸੋਰਸ ਕੀ ਸੀ? ਅੱਛਾ, ਰਾਜੇ ਮਹਾਰਾਜਿਆਂ ਦੀ ਇਨਕਮ ਦਾ ਸੋਰਸ, ਜਿੱਦਾਂ ਹੁਣ ਦੇ ਰਾਜੇ ਮਹਾਰਾਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਲਗਾ ਲਓ, ਹੈ ਨਾ, ਤਾਂ ਹੋਰ ਕਿਹੜੇ ਰਾਜੇ ਮਹਾਰਾਜੇ ਆਪਾਂ ਲਗਾ ਸਕਦੇ ਹਾਂ, ਜਾਂ ਫਿਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਲਗਾ ਲਓ, ਜਾਂ ਫਿਰ ਤੁਸੀਂ ਸਾਡੇ ਪੀਐਮ ਲਗਾ ਲਓ, ਹੈ ਨਾ। ਤਾਂ ਇਹ ਸਾਡੇ ਰਾਜੇ ਮਹਾਰਾਜੇ ਹੈਗੇ ਇਸ ਟਾਈਮ ਪੀਰੀਅਡ ਦੇ, ਤੇ ਇਹਨਾਂ ਦੀ ਇਨਕਮ ਆਫ ਸੋਰਸਿਸ ਕੀ ਹੈ? ਇਨਕਮ ਆਫ ਸੋਰਸਿਸ ਹੈਗੇ ਆ ਜਿੱਦਾਂ ਇਹਨਾਂ ਨੂੰ ਟੈਕਸਿਸ ਵਗੈਰਾ ਮਿਲ ਜਾਂਦੇ ਆ, ਇਹ ਇਹਨਾਂ ਦਾ ਇਨਕਮ ਆਫ ਸੋਰਸਿਸ ਆ। ਤਾਂ ਪੁਰਾਣੇ ਟਾਈਮ ਪੀਰੀਅਡ ਦੇ ਰਾਜੇ ਮਹਾਰਾਜਿਆਂ ਦਾ ਇਨਕਮ ਆਫ ਸੋਰਸਿਸ ਕੀ ਹੋਏਗਾ? ਅਰੇ ਕੁਝ ਜ਼ਿਆਦਾ ਡਿਫਰੈਂਟ ਨਹੀਂ ਹੁੰਦਾ ਹੈਗਾ, ਸੇਮ ਹੀ ਇਹਨਾਂ ਦੇ ਕੰਮ ਹੁੰਦਾ ਵਾ। ਹੁਣ ਵੀ ਕਹਿੰਦੇ ਕਿ ਐਗਰੀਕਲਚਰ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਕੰਮ ਹੁੰਦੇ ਆ, ਯਾਨੀ ਕਿ ਐਗਰੀਕਲਚਰ ਦੇ ਨਾਲ ਰਿਲੇਟਡ ਜਿਹਦਾ ਭੂਮੀ ਦੇ ਵਿੱਚੋਂ ਟੈਕਸਿਸ ਵਗੈਰਾ ਹੁੰਦੇ ਆ, ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਉਹ ਚਲੇ ਜਾਂਦੇ ਸੀ। ਕਿਹਨੂੰ ਚਲੇ ਜਾਂਦੇ ਸੀ? ਕਿੰਗ ਨੂੰ ਚਲੇ ਜਾਂਦੇ ਸੀ। ਠੀਕ ਹੈ। ਉਸ ਤੋਂ ਬਾਅਦ ਕੋਈ ਵੀ ਮਟੀਰੀਅਲ ਇੰਪੋਰਟ ਚ ਆ ਰਿਹਾ ਹੈ, ਕੋਈ ਵੀ ਮਟੀਰੀਅਲ ਐਕਸਪੋਰਟ ਚ ਜਾ ਰਿਹਾ ਹੈ, ਉਹਨਾਂ ਤੋਂ ਜਿੰਨਾ ਜਿਹੜਾ ਇਨਕਮ ਵਗੈਰਾ ਆਂਦੀ ਸੀ ਉਹ ਚਲੀ ਜਾਂਦੀ ਸੀਗੀ। ਇਹ ਯਾਦ ਰੱਖਣਾ ਕਿ ਜਿੰਨੀ ਮਰਜ਼ੀ ਉਪਜ ਹੋਵੇ ਉਹਦਾ 1/6 ਪਾਰਟ ਆ ਜਿਹੜਾ ਉਹ ਕਿੰਗ ਦੇ ਕੋਲ ਜਾਏਗਾ। ਠੀਕ ਹੈ, ਇੱਕ ਕਿਸਮ ਦਾ ਰੱਟਾ ਲਗਾ ਲਓ ਇਸ ਚੀਜ਼ ਨੂੰ। ਕਹਿੰਦੇ ਕਿ ਅਸੀਂ ਦੇਖਦੇ ਹੈਗੇ ਇਹਦਾ 1/6 ਪਾਰਟ ਹੈਗਾ ਉਹਦੇ ਕੋਲ ਚਲਿਆ ਜਾਂਦਾ ਸੀ। ਇਸ ਤੋਂ ਇਲਾਵਾ ਕਹਿੰਦੇ ਕ੍ਰਿਮੀਨਲ ਬੇਸਿਸ ਦੇ ਉੱਤੇ ਜਿਹੜੇ ਪਰਸਨ ਹੁੰਦੇ ਸੀ, ਮਤਲਬ ਜਿਹਨੇ ਕੋਈ ਕ੍ਰਾਈਮ ਵਗੈਰਾ ਕੀਤਾ ਹੋਵੇ, ਠੀਕ ਹੈ, ਜਦੋਂ ਉਹ ਪਰਸਨ ਆਂਦੇ ਸੀਗੇ ਉਹਨਾਂ ਦੇ ਉੱਤੇ ਜਿਹੜਾ ਜੁਰਮਾਨਾ ਲੱਗਦਾ ਸੀਗਾ, ਜਿਹੜਾ ਫਾਈਨ ਲੱਗਦਾ ਸੀ, ਉਹ ਵੀ ਕਿੰਗ ਦੇ ਕੋਲ ਜਾਂਦਾ ਸੀਗਾ। ਕਹਿੰਦੇ ਇਸ ਤੋਂ ਇਲਾਵਾ ਜਦੋਂ ਕੋਈ ਜਿੱਦਾਂ ਦੋ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ, ਯੁੱਧ ਹੋ ਰਿਹਾ, ਯੁੱਧ ਦੇ ਵਿੱਚ ਜਿਹੜਾ ਪਰਸਨ ਹਾਰ ਗਿਆ ਉਹਦਾ ਜਿੰਨਾ ਮਟੀਰੀਅਲ ਹੈਗਾ, ਉਹ ਯੁੱਧ ਦੇ ਮੈਦਾਨ ਦੇ ਵਿੱਚ ਜਿੰਨਾ ਮਟੀਰੀਅਲ ਹੈਗਾ ਸਾਰਾ ਉਹ ਪਰਸਨ ਲੈ ਜਾਏਗਾ ਜਿਹੜਾ ਵਿਨਰ ਹੈਗਾ। ਠੀਕ ਹੈ। ਇਸ ਤੋਂ ਇਲਾਵਾ ਉਹਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦਾ ਰਾਜ ਪਾਰਟ ਹੈਗਾ ਵਾ, ਜਿਸਨੂੰ ਅਸੀਂ ਉਹਦੀ ਆਪੋਜ਼ਿਟ ਪਰਸਨ ਦੀ ਅਸੀਂ ਕਿੰਗਡਮ ਬੋਲ ਦਵਾਂਗੇ, ਉਹ ਵੀ ਸਾਰੀ ਦੀ ਸਾਰੀ ਇਹ ਰਾਜੇ ਦੇ ਕੋਲ ਆ ਜਾਂਦੀ ਹੈਗੀ ਹੈ। ਠੀਕ ਹੈ। ਕਹਿੰਦੇ ਇਸ ਤੋਂ ਇਲਾਵਾ ਦੂਰ ਤੋਂ ਡਿਪਲੋਮੈਟਿਕ ਆਂਦੇ ਹੈਗੇ, ਰਾਜਦੂਤ ਸਮਝਦੇ ਹੈਗੇ ਹੋ ਨਾ, ਰਾਜਦੂਤ ਆਉਂਦੇ ਆ ਰਾਜੇ ਮਹਾਰਾਜਿਆਂ ਨੂੰ ਮਿਲਣ ਦੇ ਲਈ। ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਤਾਂ ਅਸੀਂ ਇੱਕ ਡੱਬਾ ਲੈ ਕੇ ਚਲੇ ਜਾਂਦੇ ਆ, ਹੈ ਨਾ, ਜਾਂ ਮੋਸਟਲੀ ਬਨਾਨਾ ਲੈ ਕੇ ਚਲੇ ਜਾਂਦੇ ਆ, ਮੈਂਗੋ ਲੈ ਕੇ ਚਲੇ ਜਾਂਦੇ ਆ। ਤੇ ਪਿਛਲੇ ਟਾਈਮ ਪੀਰੀਅਡ ਦੇ ਵਿੱਚ ਇਹ ਕੁਝ ਨਹੀਂ ਹੁੰਦਾ। ਪਿਛਲੇ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਡਿਪਲੋਮੈਟ ਪਰਸਨ ਸੀਗੇ, ਠੀਕ ਹੈ, ਉਹ ਰਾਜੇ ਮਹਾਰਾਜਿਆਂ ਦੇ ਲਈ ਹੀਰੇ ਜਵਾਹਰਾਤ ਏਦਾਂ ਲੈ ਕੇ ਆਂਦੇ ਸੀ। ਮੈਂ ਕਹਿੰਦੀ ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਕੋਈ ਜੇ ਏਦਾਂ ਦਾ ਕੋਈ ਗੈਸਟ ਹੋਵੇ ਜਿਹੜੇ ਹੀਰੇ ਜਵਾਹਰਾਤ ਲਿਆਵੇ, ਮੈਂ ਤਾਂ ਉਹਨੂੰ ਰੋਜ਼ ਵੈਲਕਮ ਕਰਾਂ ਆਪਣੀ ਟੀ ਕਾਫੀ ਵਗੈਰਾ ਤੇ। ਚਲ ਖੈਰ, ਠੀਕ ਹੈ, ਐਪਲ ਮੈਂਗੋ ਇਹ ਤਾਂ ਚਲੋ ਅਸੀਂ ਖੁਦ ਵੀ ਲੈ ਆਣੇ ਹੁੰਦੇ ਆ। ਚਲੋ ਨੈਕਸਟ ਅਸੀਂ ਗੱਲ ਕਰਦੇ ਹੈਗੇ ਆ। ਕਹਿੰਦੇ ਕਿ ਇਸ ਤੋਂ ਇਲਾਵਾ ਜੰਗਲ ਯਾਨੀ ਕਿ ਫੋਰੈਸਟ ਵਗੈਰਾ ਹੋ ਗਏ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਕਵਰੀ ਕਰ ਦਿੱਤੀ, ਠੀਕ ਹੈ, ਤਾਂ ਕਿਸੇ ਤਰ੍ਹਾਂ ਦੀ ਕੋਈ ਖੋਜ ਕੀਤੀ ਹੈਗੀ ਆ, ਉਹਦੇ ਵਿੱਚੋਂ ਅਗਰ ਕੁਝ ਮਟੀਰੀਅਲ ਨਿਕਲਿਆ ਹੈਗਾ ਉਹ ਵੀ ਰਾਜੇ ਦੇ ਕੋਲ ਜਾਂਦਾ ਵੇ, ਉਹਦੀ ਇਨਕਮ ਆਫ ਸੋਰਸਿਸ ਆ। ਠੀਕ ਹੈ। ਅਗਰ ਕਦੇ ਪੁੱਛਿਆ ਜਾਵੇ ਇਨਕਮ ਆਫ ਸੋਰਸਿਸ ਕੀ ਹੈ, ਐਵੇਂ ਪਰੇਸ਼ਾਨ ਨਾ ਹੋ ਜਾਓ ਕਿ ਮੈਨੂੰ ਕੀ ਪਤਾ ਰਾਜੇ ਨੂੰ ਕੀ ਕੁਝ ਮਿਲਦਾ ਹੈਗਾ। ਇਸ ਤਰ੍ਹਾਂ ਕੁਝ ਨਹੀਂ ਕਰਨਾ ਹੈਗਾ। ਤੁਸੀਂ ਕੀ ਬੋਲਣਾ ਹੈਗਾ ਕਿ ਇਨਕਮ ਆਫ ਸੋਰਸਿਸ ਕੀ ਹੈਗੇ ਨੇ ਉਹਦੇ, ਜਿੰਨੇ ਵੀ ਹੁਣ ਮੈਂ ਦੱਸੇ ਆ ਕਿ ਐਗਰੀਕਲਚਰ ਨਾਲ ਰਿਲੇਟਡ, ਫਾਈਨ ਦੇ ਨਾਲ ਰਿਲੇਟਡ, ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਉਹਨੂੰ ਚੁੰਗੀਕਾਰ ਵਗੈਰਾ ਮਿਲਦੇ ਹੈਗੇ ਆ, ਜਾਂ ਕੋਈ ਯੁੱਧ ਦੇ ਮੈਦਾਨ ਦੇ ਵਿੱਚ ਹਾਰ ਗਿਆ ਉਹ ਮਟੀਰੀਅਲ ਉਸਨੂੰ ਮਿਲਦਾ ਹੈਗਾ। ਡਿਪਲੋਮੈਟਿਕ ਪਰਸਨ ਉਹਨਾਂ ਦੇ ਲਈ ਮਤਲਬ ਜਿਹੜੇ ਹੀਰੇ ਜਵਾਹਰਾਤ ਵਟਐਵਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਲੈ ਕੇ ਆਂਦੇ ਹੈਗੇ ਆ। ਉਸ ਤੋਂ ਬਾਅਦ ਐਕਸਪੈਂਡੀਚਰ, ਮਤਲਬ ਕਿ ਖਰਚਾ ਕਿਹੜਾ ਵਾ ਰਾਜੇ ਦਾ। ਠੀਕ ਹੈ। ਹੁਣ ਰਾਜੇ ਦਾ ਖਰਚਾ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਮੈਂ ਇਹ ਤਾਂ ਕਹਿ ਨਹੀਂ ਸਕਦੀ ਹੈਗੀ, ਠੀਕ ਹੈ, ਕਿ ਉਹਦੇ ਆਪਣੇ ਬਹੁਤ ਖਰਚੇ ਆ, ਉਹਨੇ ਟੀਵੀ ਦਾ ਬਿੱਲ ਪੇ ਕਰਨਾ ਹੁੰਦਾ ਵਾ, ਠੀਕ ਹੈ, ਉਹਨੇ ਆਪਣੇ
ਜਿਹੜਾ ਰਾਜ ਪਾਠ ਹੈਗਾ ਵਾ ਉਹਦੇ ਲਈ ਉਹਨੇ ਕੈਮਰੇ ਵਗੈਰਾ ਲੈਣੇ ਹੁੰਦੇ। ਮੈਂ ਇਹ ਚੀਜ਼ਾਂ ਥੋੜੀ ਨਾ ਕਹਿ ਸਕਦੀ ਆ, ਕਾਮਨ ਸੈਂਸ ਆ ਵੀ ਰਾਜੇ ਮਹਾਰਾਜਾ ਕੁਝ ਨਹੀਂ ਸੀ ਹੈਗਾ ਉਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ। ਜਦੋਂ ਐਕਸਪੈਂਡੀਚਰ ਕਿਹੜਾ ਹੋਏਗਾ, ਦਾਨ ਵਗੈਰਾ ਹੀ ਦਿੰਦੇ ਹੋਣਗੇ ਵੱਧ ਤੋਂ ਵੱਧ ਤਾਂ। ਠੀਕ ਹੈ, ਤੁਸੀਂ ਲਿਖ ਦੇਣਾ ਵੀ ਬ੍ਰਾਹਮਣਾਂ ਨੂੰ ਦਾਨ ਦਿੰਦੇ ਸੀ, ਗਰੀਬਾਂ ਨੂੰ ਦਾਨ ਦੇ ਦਿੰਦੇ ਸੀ, ਵਿਦਵਾਨਾਂ ਨੂੰ ਦਾਨ ਦੇ ਦਿੰਦੇ ਸੀ, ਜਿਹੜੇ ਉਹਦੇ ਦਰਬਾਰ ਦੇ ਵਿੱਚ ਇੱਕ ਕਿਸਮ ਦੇ ਕਵੀ ਵਗੈਰਾ ਸੀ ਉਹਨਾਂ ਨੂੰ ਪੈਸਾ ਜਿਹੜਾ ਹੈਗਾ ਵਾ ਡਿਸਟ੍ਰੀਬਿਊਟ ਕਰ ਦਿੰਦੇ ਸੀਗੇ। ਕਹਿੰਦੇ ਐਸ਼ੋ ਆਰਾਮ ਜਿਹੜਾ ਸੀਗਾ ਉੱਤੇ ਬਹੁਤ ਘੱਟ ਖਰਚਾ ਕੀਤਾ ਜਾਂਦਾ ਸੀ ਗੁਪਤ ਟਾਈਮ ਪੀਰੀਅਡ ਦੇ ਵਿੱਚ। ਠੀਕ ਹੈ ਨਾ, ਸੋਚੋ ਰਾਜੇ ਮਹਾਰਾਜੇ ਸੀ ਜਿੰਨਾ ਮਰਜ਼ੀ ਖਰਚਾ ਕਰ ਲੈਂਦੇ ਬਟ ਉਹ ਨਹੀਂ ਸੀ ਕਰਦੇ। ਕਿਹੜਾ ਟਾਈਮ ਪੀਰੀਅਡ ਸੀ? ਗੁਪਤ ਟਾਈਮ ਪੀਰੀਅਡ। ਇਸ ਨੂੰ 골ਡਨ ਏਜ ਪੀਰੀਅਡ ਵੀ ਬੋਲਿਆ ਜਾਂਦਾ ਹੈ। ਅਗਰ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਕਦੇ ਤੁਹਾਨੂੰ ਆ ਜਾਂਦਾ ਹੈਗਾ ਨਾ ਕਿ 골ਡਨ ਏਜ ਮਤਲਬ ਕਿਸ ਨੂੰ ਬੋਲਿਆ ਗਿਆ ਹੈ ਤਾਂ ਤੁਸੀਂ ਬੋਲਣਾ 골ਡਨ ਏਜ ਆਫ ਦਾ ਗੁਪਤਾ। ਗੁਪਤਾ ਦਾ ਜਿਹੜਾ ਹੈਗਾ ਵਾ ਸੁਨਹਿਰੀ ਯੁੱਗ ਬੋਲਿਆ ਗਿਆ ਗੁਪਤ ਟਾਈਮ ਪੀਰੀਅਡ ਨੂੰ। 골ਡਨ ਏਜ ਸੀ ਕਿਉਂਕਿ ਪ੍ਰਜਾ ਖੁਸ਼ ਸੀ, ਸਿਸਟਮ ਅੱਛੇ ਤਰੀਕੇ ਨਾਲ ਚੱਲ ਰਿਹਾ ਸੀ, ਲੋਕਾਂ ਉੱਤੇ ਕੁਝ ਹਾਵੀ ਹੈ ਨਹੀਂ ਸੀ। ਠੀਕ ਹੈ, ਐਕਸਪੈਂਡੀਚਰ ਮਤਲਬ ਜਿਹੜਾ ਖਰਚਾ ਵਗੈਰਾ ਕਰਨਾ ਸੀਗਾ ਸੋਚੋ ਉਹ ਵੀ ਕਿੰਗ ਕਰੀ ਜਾ ਰਿਹਾ ਸੀ। ਇਸ ਤਰ੍ਹਾਂ ਦਾ ਰਾਜਾ ਥੋੜੀ ਨਾ ਕਿਤੇ ਮਿਲਣਾ ਹੈ ਕਿਸੇ ਨੂੰ। ਉਸ ਤੋਂ ਬਾਅਦ ਮਿਲਟਰੀ ਐਡਮਿਨਿਸਟ੍ਰੇਸ਼ਨ ਕਿਦਾਂ ਦਾ ਸੀ ਤਾਂ ਅਸੀਂ ਯਾਦ ਰੱਖਣਾ ਹੈ ਮਿਲਟਰੀ ਦੇ ਵਿੱਚ ਕੀ ਕੁਝ ਹੋਏਗਾ ਉਹਦਾ। ਅੱਛਾ, ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਗਗਨ ਵਿਰਕ, ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਮਿਲਟਰੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਬੱਚੇ? ਕਿੱਦਾਂ ਦੀ ਮਿਲਟਰੀ ਹੋਏਗੀ? ਉਹਨਾਂ ਦੇ ਕੋਲ ਗਨਸ ਹੋਣਗੀਆਂ 47 AK-47 ਨਹੀਂ ਹੋਣਗੀਆਂ ਤੇ ਕੀ ਹੋਏਗਾ? ਹਾਂਜੀ चल ठीक है गगन। परम तू सी बोल। हाँ, ਹੋਰ ਕੁਛ? ਚਲੋ ਪਰਮ ਤੁਸੀਂ ਬੋਲੋ ਬੇਟਾ। ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਕਿ ਕਿਹੜਾ ਕਿਹਨਾਂ ਚੀਜ਼ਾਂ ਦੇ ਨਾਲ ਉਹ ਲੜਦੇ ਸੀ ਜਾਂ ਉਹਨਾਂ ਦੀ ਮਿਲਟਰੀ ਵਿੱਚ ਕਿਹੜੀ ਕਿਹੜੀ ਚੀਜ਼ ਹੁੰਦੀ ਸੀ ਤੇ ਕੀ ਬੋਲਾਂਗੇ ਆਪਾਂ? ਤਲਵਾਰਾਂ, ਅੱਗੇ शस्त्र, शस्त्र ठीक है, वेपन्स अगे तीर कमान ठीक है, बहुत अच्छा सी। पर ਅਸੀਂ ਲਿਖ ਲਾਂਗੇ ਪੈਦਲ ਸੈਨਾ, ਘੋੜਸਵਾਰ ਸੈਨਾ, ਹਾਥੀ ਸੈਨਾ, ਰੱਥ ਸੈਨਾ, ਜਲ ਸੈਨਾ, ਮਤਲਬ ਇਹ ਜਿਹੜੀਆਂ ਸਾਰੀਆਂ ਸੈਨਾਵਾਂ ਸੀ ਉਹਦੇ ਮਤਲਬ ਉਸ ਟਾਈਮ ਪੀਰੀਅਡ ਦੇ ਵਿੱਚ ਉਹ ਇਹਨਾਂ ਚੀਜ਼ਾਂ ਦੇ ਨਾਲ ਲੜਦੇ ਸੀ। ਠੀਕ ਹੈ, ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਬੋਲੀਆਂ ਨੇ ਨਾ ਪਰਮ ਕਿ ਉਹ ਤੀਰ ਕਮਾਨ, ਕੁਹਾੜੇ, ਤਲਵਾਰਾਂ ਇਹਨਾਂ ਚੀਜ਼ਾਂ ਦੇ ਨਾਲ ਲੜਦੇ ਸੀਗੇ ਤੇ ਇਹ ਬਿਲਕੁਲ ਸਹੀ ਚੀਜ਼ਾਂ ਨੇ। ਤੁਸੀਂ ਇਸ ਨੂੰ ਵੀ ਰਾਈਟ ਡਾਊਨ ਨਾਲ ਹੀ ਕਰਨਾ ਹੈਗਾ ਕਿ ਇਹ ਵੀ ਇੱਕ ਕਿਸਮ ਦਾ ਕੀ ਸੀਗਾ, ਉਹਨਾਂ ਦੇ ਯੁੱਧ ਦੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਸੀ। ਠੀਕ ਹੈ, ਉਸ ਤੋਂ ਬਾਅਦ ਡਿਫਰੈਂਟ ਬਿਟਵੀਨ ਦਾ ਗੁਪਤ ਐਂਡ ਦਾ ਮੌਰਿਆ ਐਡਮਿਨਿਸਟ੍ਰੇਸ਼ਨ। ਗੁਪਤ ਤੇ ਮੌਰਿਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਹਿੰਦੇ ਅੰਤਰ ਕੀ ਸੀ? ਕਹਿੰਦੇ ਗੁਪਤ ਟਾਈਮ ਪੀਰੀਅਡ ਮੌਰਿਆ ਟਾਈਮ ਪੀਰੀਅਡ ਤੋਂ ਥੋੜਾ ਜਿਹਾ ਡਿਫਰੈਂਟ ਸੀ। ਠੀਕ ਹੈ, ਕਿਸ ਤਰ੍ਹਾਂ ਡਿਫਰੈਂਟ ਸੀ ਉਹਨਾਂ ਦੇ ਵਿੱਚ? ਕਹਿੰਦੇ ਗੁਪਤ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਰਾਜਾ ਸੀਗਾ ਕਹਿੰਦੇ ਉਹਨੇ ਇੱਕ ਕਿਸਮ ਦੇ ਉਹਦਾ ਵਿਸ਼ਵਾਸ ਸੀਗਾ ਡੈਵਲ ਪਾਵਰ ਦੇ ਵਿੱਚ। ਡੈਵਲ ਪਾਵਰ ਸਮਝਦੇ ਨਾ, ਦੇਵੀ ਸ਼ਕਤੀਆਂ, ਹਨਾ ਵੀ ਮੈਂ ਪਰਮਾਤਮਾ ਦਾ ਬਣਾਇਆ ਹੋਇਆ ਇਨਸਾਨ ਆ, ਮੈਨੂੰ ਪਰਮਾਤਮਾ ਨੇ ਭੇਜਿਆ, ਕੁਝ ਇਸ ਤਰ੍ਹਾਂ ਦੇ ਡੈਵਲ ਪਾਵਰ ਦੇ ਵਿੱਚ ਵਿਸ਼ਵਾਸ ਸੀਗਾ। ਠੀਕ ਹੈ, ਜਿਹਦੇ ਕਰਕੇ ਉਹਨੇ ਮਹਾਰਾਜਾ ਧੀਰਾਜ, ਮੈਂ ਹੁਣੇ ਵਰਡ ਬੋਲੇ ਸੀ ਨਾ ਕਿ ਉਹਨੇ ਏਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਸੀਗੀਆਂ ਆਪਣੇ ਲਈ ਅਚੀਵ ਕਰ ਲਈਆਂ ਸੀਗੀਆਂ, ਪਰਮੇਸ਼ਵਰ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨੇ ਆਪਣੇ ਲਈ ਅਚੀਵ ਕੀਤੀਆਂ ਸੀ। ਦੂਜੇ ਪਾਸੇ ਕਹਿੰਦੇ ਮੌਰਿਆ ਟਾਈਮ ਪੀਰੀਅਡ ਦੇ ਜਿਹੜੇ ਲੋਕ ਸੀਗੇ ਉਹ ਨਾ ਤਾਂ ਕਿਸੇ ਡੈਵਲ ਪਾਵਰ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਨਾ ਹੀ ਕਹਿੰਦੇ ਉਹਨੇ ਕਿਸੇ ਤਰ੍ਹਾਂ ਦੀਆਂ ਪੋਜੀਸ਼ਨਾਂ ਲਈਆਂ ਹੋਈਆਂ ਸੀ। ਕਹਿੰਦੇ ਗੁਪਤ ਟਾਈਮ ਪੀਰੀਅਡ ਜਿਹੜਾ ਸੀ ਜ਼ਿਆਦਾਤਰ ਨਿਰਭਰ ਮਤਲਬ ਜ਼ਿਆਦਾਤਰ ਡਿਪੈਂਡ ਕਰਦਾ ਸੀ ਆਪਣੇ ਸਮੰਤਾਂ ਤੇ। ਸਮੰਤ ਸਮਝਦੇ ਹੋ ਨਾ, ਮਤਲਬ ਸਮੰਤ ਦਾ ਮਤਲਬ ਇਹ ਹੈ ਕਿ ਮੰਨ ਲਓ ਮੈਨੂੰ ਮਿਲਟਰੀ ਦੀ, ਮੈਂ ਰਾਜਾ ਵਾਂ, ਮੈਨੂੰ ਮਿਲਟਰੀ ਦੀ ਲੋੜ ਹੈ, ਤੁਸੀਂ ਸਾਰੇ ਮੇਰੇ ਸਮੰਤ ਆ। ठीक है, अद्धी मिलिट्री परम कोल आ, अद्धी रितिका कोल आ, अद्धी गगन कोल आ। ठीक है, मतलब कुछ ਜਿਹੜੀ ਹਾਫ ਹੈਗੀ ਆ ਵਿਸ਼ਵਜੀਤ ਦੇ ਕੋਲ ਆ, ਮਤਲਬ ਸਾਰੀ ਦੀ ਸਾਰੀ ਮਿਲਟਰੀ ਮੇਰੀ ਤੁਹਾਡੇ ਕੋਲ ਆ। ਜਦੋਂ ਮੈਨੂੰ ਲੋੜ ਪੈਣੀ ਤੁਸੀਂ ਸਾਰਿਆਂ ਨੇ ਮੈਨੂੰ ਮਿਲਟਰੀ ਦੇ ਦੇਣੀ, ਤੁਸੀਂ ਮੇਰੇ ਸਮੰਤ ਹੈਗੇ ਆ। ਠੀਕ ਹੈ,
ਪਰ ਕੀ ਪ੍ਰੂਫ ਇਸ ਚੀਜ਼ ਦਾ ਹੈਗਾ ਕਿ ਤੁਹਾਡੇ ਵੱਲੋਂ ਭੇਜੀ ਗਈ ਮੇਰੇ ਲਈ ਮਿਲਟਰੀ ਮੇਰੇ ਲਈ ਬੈਨੀਫਿਟ ਸਾਬਤ ਹੋਗੀ? ਹੋ ਸਕਦਾ ਸਭ ਤੋਂ ਵੱਡਾ ਨੁਕਸਾਨ ਹੀ ਮੇਰੀ ਤੁਹਾਡੀ ਮਿਲਟਰੀ ਹੋਵੇ। ਪਰਮ ਨੇ ਅਲੱਗ ਟ੍ਰੇਨਿੰਗ ਦਿੱਤੀ, ਰਿਤਿਕਾ ਨੇ ਅਲੱਗ, ਗਗਨ ਨੇ ਅਲੱਗ, ਵਿਸ਼ਵਾਜੀਤ ਨੇ ਅਲੱਗ ਟ੍ਰੇਨਿੰਗ ਦਿੱਤੀ ਤੇ ਸਾਰੇ ਦੇ ਸਾਰੇ ਮੇਰੇ ਨਾਲ ਲੜਨ ਆ ਗਏ ਤੇ ਵੱਖਰੀਆਂ ਵੱਖਰੀਆਂ ਟ੍ਰੇਨਿੰਗਾਂ ਦੇ ਨਾਲ ਤੁਸੀਂ ਲੜ ਰਹੇ ਹੈਗੇ ਹੋ। ਠੀਕ ਹੈ, ਸੋ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ, ਗੁਪਤ ਟਾਈਮ ਪੀਰੀਅਡ ਦੇ ਵਿੱਚ ਡਿਪੈਂਡ ਕਿੱਥੇ ਹੁੰਦੇ ਸੀ? ਸਮੰਤਾਂ ਦੇ ਉੱਤੇ। ਠੀਕ ਹੈ, ਤੇ ਕਹਿੰਦੇ ਕਿ ਗੁਪਤ ਟਾਈਮ ਪੀਰੀਅਡ ਦੇ ਵਿੱਚ ਮੌਰਿਆ ਟਾਈਮ ਪੀਰੀਅਡ ਦੇ ਮੁਕਾਬਲੇ ਵਿੱਚ ਜਿਹੜਾ ਰੱਥ ਸੀ, ਰੱਥ ਸਮਝਦੇ ਹੋ ਨਾ ਜਿਨ੍ਹਾਂ ਉੱਤੇ ਬੈਠ ਕੇ ਉਹ ਮਤਲਬ ਕਹ ਲੋ ਕਿ ਯੁੱਧ ਵਗੈਰਾ ਕਰਦੇ ਸੀ, ਕਹਿੰਦੇ ਕਾਫੀ ਜ਼ਿਆਦਾ ਘੱਟ ਸੀਗੇ। ਕਹਿੰਦੇ ਇਸ ਕਾਲ ਦੇ ਵਿੱਚ ਕਹਿੰਦੇ ਰੱਥ ਦੇ ਨਾਲੋਂ ਮਤਲਬ ਗੁਪਤ ਟਾਈਮ ਪੀਰੀਅਡ ਦੇ ਵਿੱਚ ਹਾਰਸ ਦੇ ਉੱਤੇ ਬੈਠ ਕੇ ਯਾਨੀ ਕਿ ਹਾਰਸ ਰਾਈਡਿੰਗ ਜਿਹੜੀ ਹੈਗੀ ਉਸ ਨੂੰ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਸੀਗਾ। ਕਹਿੰਦੇ ਇਸ ਤੋਂ ਇਲਾਵਾ ਮਿਨਿਸਟਰਸ ਜਿਹੜੇ ਹੈਗੇ ਆ, ਕਹਿੰਦੇ ਗੁਪਤ ਟਾਈਮ ਪੀਰੀਅਡ ਦੇ ਮਿਨਿਸਟਰਸ ਜਿਹੜੇ ਹੈਗੇ ਉਹਨਾਂ ਦੇ ਨਾਮ ਜਿਹੜੇ ਹੈਗੇ ਮੌਰਿਆ ਟਾਈਮ ਪੀਰੀਅਡ ਦੇ ਨਾਮ ਤੋਂ ਟੋਟਲੀ ਡਿਫਰੈਂਟ ਹੈਗੇ ਨੇ। ਤੁਸੀਂ ਮੈਂ ਅਗਰ ਤੁਹਾਨੂੰ ਯਾਦ ਹੋਵੇ ਤੇ ਮੈਂ ਤੁਹਾਨੂੰ ਪੁਰਾਣੇ ਮੰਤਰੀ ਜਿਹੜੇ ਹੈਗੇ ਉਹ ਹੋਰ ਟਾਈਪ ਦੇ ਕਰਵਾਏ ਸੀ, ਹੁਣ ਦੇ ਮੰਤਰੀ ਤੁਹਾਨੂੰ ਮੈਂ ਹੋਰ ਟਾਈਪ ਦੇ ਕਰਵਾਇਆ ਤੇ ਦੋਵਾਂ ਦੇ ਕਹਿੰਦੇ ਮਿਨਿਸਟਰਸ ਦੇ ਨਾਵਾਂ ਵਿੱਚ ਵੀ ਅੰਤਰ ਹੈਗਾ ਵਾ। ਕਹਿੰਦੇ ਮੌਰਿਆ ਟਾਈਮ ਪੀਰੀਅਡ ਦੇ ਮੁਕਾਬਲੇ ਦੇ ਵਿੱਚ ਗੁਪਤ ਟਾਈਮ ਪੀਰੀਅਡ ਦਾ ਜਿਹੜਾ ਜਸਟੀਫਿਕੇਸ਼ਨ ਸੀ, ਜਿਹੜਾ ਜਸਟਿਸ ਸੀਗੀ, ਕਹਿੰਦੇ ਉਹ ਕਾਫੀ ਜ਼ਿਆਦਾ ਵਿਕਸਿਤ ਯਾਨੀ ਕਿ ਸਟੇਬਲ ਸੀਗੀ। ਕਹਿੰਦੇ ਇਸ ਕਾਲ ਦੇ ਵਿੱਚ ਬਹੁਤ ਸਾਰੇ ਗ੍ਰੰਥ ਤਿਆਰ ਕੀਤੇ ਗਏ। ਮੈਂ ਤੁਹਾਨੂੰ ਹੁਣੇ ਇੱਕ ਪੁੱਛਿਆ ਸੀ ਨਾ ਕੁਐਸਚਨ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਤਾਂ ਮਤਲਬ ਆ ਫਲਾਣਾ ਗ੍ਰੰਥ ਸੀਗਾ ਤੇ ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਕਿਹੜਾ ਗ੍ਰੰਥ ਹੈਗਾ ਵਾ, ਇਹ ਚੀਜ਼ ਮੈਂ ਤੁਹਾਨੂੰ ਹਜੇ ਹੁਣੀ ਪੁੱਛ ਕੇ ਹਟੀ ਹੈਗੀ ਆ। ਤਾਂ ਤੁਸੀਂ ਇਹ ਚੀਜ਼ਾਂ ਨੂੰ ਯਾਦ ਰੱਖਣਾ ਹੈ।